ਅਸੀਂ ਗੱਲ ਕਰ ਚੁੱਕੇ ਸੀ ਕਿ ਪੈਨਸ਼ਨ ਨੂੰ ਤੁਸੀਂ ਵਿਦ ਹੋਲਡ ਕਰ ਸਕਦੇ ਹੋ, ਸਰਕਾਰ ਹੈ ਜਿਹੜੀ ਗਵਰਨਮੈਂਟ, ਜਾਂ ਵਿਦਡਰਾ ਕਰ ਸਕਦੇ ਹੋ। ਠੀਕ ਹੈ, ਕਿਉਂ ਕਰ ਸਕਦੇ ਆ? ਜੇ ਕੋਈ ਹੋ ਸਕਦਾ ਪੈਨਸ਼ਨਰ ਨੇ ਕੁਝ ਕਰਿਆ ਹੋਵੇ, ਕੋਈ ਗਲਤੀ ਕਰ ਲਈ ਹੋਵੇ। ਹੁਣ ਜਿਹੜਾ ਕੋਈ ਅਫੈਂਸ ਹੁੰਦਾ ਹੈ ਜਾਂ ਮਿਸਕੰਡਕਟ ਹੈ, ਉਹ ਬਿਫੋਰ ਰਿਟਾਇਰਮੈਂਟ ਹੋ ਸਕਦਾ ਹੈ ਜਾਂ ਆਫਟਰ ਰਿਟਾਇਰਮੈਂਟ ਹੋ ਸਕਦਾ ਹੈ। ਠੀਕ ਹੈ ਜੀ। ਜੇਕਰ ਆਫਟਰ ਰਿਟਾਇਰਮੈਂਟ ਹੈਗਾ ਤਾਂ ਉਹ 2.2A ਅਧੀਨ ਕਵਰ ਹੁੰਦਾ ਹੈ। ਜੇਕਰ ਬਿਫੋਰ ਰਿਟਾਇਰਮੈਂਟ ਹੈਗਾ ਤਾਂ ਉਹ 2.2B ਅਧੀਨ ਕਵਰ ਹੁੰਦਾ ਹੈ। 2.2A ਅਸੀਂ ਕੱਲ ਕਰ ਲਿਆ ਸੀ ਕਿ ਜਿੱਥੇ ਅਸੀਂ ਗੱਲ ਕੀਤੀ ਸੀ ਕਿ ਗਵਰਨਮੈਂਟ ਹੈ ਜਿਹੜੀ ਵਿਦਡਰਾ ਜਾਂ ਵਿਦ ਹੈਲਡ ਕਰ ਸਕਦੀ ਹੈ ਪੈਨਸ਼ਨ, ਤੇ ਕੀ ਕਰਨਾ ਪਊਗਾ? ਜਦੋਂ ਅਸੀਂ ਕਟੌਤੀ ਕਰਦੇ ਹਾਂ, ਅਸੀਂ ਨੋਟਿਸ ਦਿੰਦੇ ਹਾਂ ਉਹਨੂੰ। ਠੀਕ ਹੈ, ਨੋਟਿਸ ਦੇਣਾ 16 ਦਿਨਾਂ ਦਾ, ਜਾਂ ਫਿਰ ਇੱਕ ਹੋਰ ਦੇਣਾ 15 ਦਿਨਾਂ ਦਾ। ਫਿਰ ਰੀਪ੍ਰੈਜ਼ੈਂਟੇਸ਼ਨ ਆਊਗੀ, ਉਹ ਰੀਪ੍ਰੈਜ਼ੈਂਟੇਸ਼ਨ ਕੰਸੀਡਰ ਕਰਕੇ ਫਾਈਨਲ ਡਿਸੀਜਨ ਲੈਣਾ, ਤੇ ਫਾਈਨਲ ਆਰਡਰ ਪਾਸ ਕਰਨ ਤੋਂ ਪਹਿਲਾਂ ਪੀਪੀਐਸਸੀ ਨੂੰ ਜ਼ਰੂਰ ਕੰਸਲਟ ਕਰਨਾ। ਇਹ ਅਸੀਂ ਕੱਲ 2.2A ਦੇ ਵਿੱਚ ਕਰ ਚੁੱਕੇ ਸੀ। ਠੀਕ ਹੈ, ਫਿਰ ਅਸੀਂ ਨੋਟ ਪੜ੍ਹ ਲਿਆ ਸੀ ਜਿੱਥੇ ਅਸੀਂ ਰਿਕਵਰੀਆਂ ਦੇਖੀਆਂ ਸੀ ਕਿ ਜਾਂ ਤਾਂ ਪਿਊਨਿਟਿਵ ਮੈਜਰ ਵਜੋਂ ਰਿਕਵਰੀ ਹੋ ਸਕਦੀ ਹੈ, ਠੀਕ ਹੈ, ਜਾਂ ਫਿਰ ਗਵਰਨਮੈਂਟ ਡਿਊਜ਼ ਦੀ ਰਿਕਵਰੀ ਹੋ ਸਕਦੀ ਹੈ ਪੈਨਸ਼ਨਰ ਤੋਂ, ਜਾਂ ਨਾਨ ਗਵਰਨਮੈਂਟ ਡਿਊਜ਼ ਦੀ ਰਿਕਵਰੀ ਹੋ ਸਕਦੀ ਹੈ। ਠੀਕ ਹੈ, ਉਹਦੇ ਬਾਰੇ ਅਸੀਂ ਗੱਲ ਕਰ ਲਈ ਸੀ। ਫਿਰ ਅਸੀਂ ਦੇਖਿਆ ਸੀ ਵੀ ਜੇ ਤਾਂ ਇਹਨਾਂ ਰਿਕਵਰੀਆਂ ਵਾਸਤੇ ਉਹ ਕੰਸੈਂਟ ਜਾਂ ਰਿਕੁਐਸਟ ਦਿੰਦਾ ਹੈ ਨਾ, ਰਿਕੁਐਸਟ ਜਾਂ ਐਕਸਪ੍ਰੈਸ ਕੰਸੈਂਟ ਦੇ ਦਿੰਦਾ, ਫਿਰ ਤਾਂ ਰਿਕਵਰੀ ਕਰ ਲਓਗੇ ਤੁਸੀਂ ਉਹਦੇ ਡਿਊਜ਼ ਚੋਂ, ਜਿਹੜੇ ਪੈਨਸ਼ਨਰੀ ਬੈਨੀਫਿਟਸ ਹੈਗੇ ਆ। ਜੇ ਨਹੀਂ ਦਿੰਦਾ ਫਿਰ ਤੁਹਾਨੂੰ ਕੋਰਟ ਆਫ ਲਾਅ ਜਾਣਾ ਪਊਗਾ। ਠੀਕ ਹੈ, ਇਹ ਅਸੀਂ ਗੱਲ ਕੱਲ ਕਰ ਚੁੱਕੇ ਹਾਂ। ਹੁਣ ਆਪਾਂ ਜਿਹੜਾ ਅੱਗੇ ਕਰਦੇ ਹਾਂ ਇਹਦਾ 2.2B। 2.2B ਮੈਂ ਪਹਿਲਾਂ ਹੀ ਦੱਸ ਚੁੱਕਿਆ ਕਿ ਜੇ ਰਿਟਾਇਰਮੈਂਟ ਤੋਂ ਪਹਿਲਾਂ ਕੁਝ ਨੈਗਲੀਜੈਂਸ ਜਾਂ ਫਰਾਡ ਹੋਇਆ ਉਹਨੂੰ ਕਵਰ ਕਰਦਾ ਹੈ। ਠੀਕ ਹੈ, 2.2B ਪਹਿਲਾਂ ਨੋਟ 1 ਦੇਖ ਲਓ। ਹਾਂਜੀ, ਨੋਟ 1 ਕਰ ਲਓ ਰੀਡ। Note 1. Page number 5. ਹਾਂਜੀ, Although compassionate allowance is of the nature of an ex gratia payment, it is really a form of pension, and therefore recoveries from it, once it is sanctioned, should be governed by the above orders. ਹਾਂਜੀ, Direct recovery ਹਾਂਜੀ ਪੜ੍ਹ ਲਓ। Direct recovery of government dues from compassionate allowance is not permissible under these orders, but recovery may be made indirectly before the allowance is sanctioned by reducing the allowance either permanently or as a temporary measure. ਹਾਂਜੀ, ਦੇਖੋ ਅਸੀਂ ਇੱਕ ਕੰਪੈਸ਼ਨੇਟ ਅਲਾਉਂਸ ਦਿੰਨੇ ਆ। ਕੀ ਹੁੰਦਾ ਕਿਉਂ ਹੁੰਦਾ ਅੱਗੇ ਪੜਾਂਗੇ ਇਸੇ ਚੈਪਟਰ 'ਚ। ਕੀ ਹੁੰਦਾ ਕਿ ਐਕਸ ਗ੍ਰੇਸ਼ੀਆ ਪੇਮੈਂਟ ਹੁੰਦੀ ਹੈ ਜੀ, ਨੇਚਰ ਆਫ ਐਕਸ ਗ੍ਰੇਸ਼ੀਆ ਪੇਮੈਂਟ। ਠੀਕ ਹੈ, ਵੀ ਜਾਂ ਤਾਂ ਲੀਗਲੀ ਇੰਟਾਈਟਲਮੈਂਟ ਬਣਦੀ ਹੁੰਦੀ ਜਾਂ ਐਕਸ ਗ੍ਰੇਸ਼ੀਆ ਪੇਮੈਂਟ ਹੁੰਦੀ ਹੈ, ਆਪਾਂ ਗੱਲ ਕੀਤੀ ਸੀ। ਤਾਂ ਇਹ ਫਾਰਮ ਆਫ ਪੈਨਸ਼ਨ ਹੁੰਦੀ ਹੈ ਕਹਿੰਦੇ। ਜੇਕਰ ਇਹ ਫਾਰਮ ਆਫ ਪੈਨਸ਼ਨ ਹੈ ਤਾਂ ਜੇਕਰ ਰਿਕਵਰੀ ਕਰਨੀ ਹੈ, ਸੈਂਕਸ਼ਨ ਹੋ ਚੁੱਕੀ ਹੈ, ਤਾਂ ਐਕਸਪ੍ਰੈਸ ਕੰਸੈਂਟ ਜਾਂ ਰਿਕੁਐਸਟ ਲਓਗੇ। ਆਪਾਂ ਹੁਣੀ ਪੜ੍ਹ ਕੇ ਆਏ ਹਾਂ। ਜੇ ਮਤਲਬ ਕਹਿੰਦੇ ਡਾਇਰੈਕਟ ਰਿਕਵਰੀ ਤੁਸੀਂ ਕੰਪੈਸ਼ਨ ਹਾਊਸ ਤੋਂ ਨਹੀਂ ਕਰ ਸਕਦੇ। ਜੇ ਰਿਕਵਰੀ ਕਰਨੀ ਹੈ ਤਾਂ ਇਨਡਾਇਰੈਕਟ ਅਪਰੋਚ ਜਿਹੜੀ ਤੁਸੀਂ ਲੈ ਸਕਦੇ ਹੋ। ਕਿਵੇਂ? ਮੰਨ ਲਓ 100 ਰੁਪਏ ਕੰਪੈਸ਼ਨੇਟ ਅਲਾਉਂਸ ਲਗਾਉਣਾ ਸੀ ਤੁਸੀਂ, ਤਾਂ ਹੁਣ ਕਹਿ ਦਿਓ ਵੀ ਤੈਨੂੰ 80 ਦੇਵਾਂਗੇ ਅਸੀਂ। ਠੀਕ ਹੈ, ਵੀ ਉਹਦਾ ਸੈਂਕਸ਼ਨ ਹੀ ਘੱਟ ਕਰੋ। ਇੰਸਟੈਡ ਆਫ ਕੇ ਤੁਸੀਂ 100 ਰੁਪਏ ਸੈਂਕਸ਼ਨ ਕਰੋ, 20 ਰੁਪਏ ਰਿਕਵਰੀ ਕਰਨੀ ਹੈ ਤੇ 80 ਰੁਪਏ ਉਹਨੂੰ ਦੇਣੇ ਹੈ, ਤੁਸੀਂ ਸਿੱਧਾ ਹੀ 80 ਰੁਪਏ ਸੈਂਕਸ਼ਨ ਕਰੋ। ਇਹ ਇਨਡਾਇਰੈਕਟ ਅਪਰੋਚ ਹੋ ਗਈ। Note 2. Strictly speaking, under the orders, no recovery of amount is permissible from pension, but if final recovery has been made, it need not to be refunded to the pensioner concerned. ਹਾਂਜੀ,
ਇਹਨਾਂ ਆਰਡਰਾਂ ਤਹਿਤ ਪੈਨਸ਼ਨ ਦੇ ਵਿੱਚੋਂ ਕੋਈ ਰਿਕਵਰੀ ਨਹੀਂ ਕਰਨੀ ਹੈਗੀ। ਪਰ ਜੇ ਕਹਿੰਦੇ ਫਾਈਨਲ ਰਿਕਵਰੀ ਹੋ ਚੁੱਕੀ ਹੈ, ਫਿਰ ਉਹਨੂੰ ਪੈਨਸ਼ਨਰ ਨੂੰ ਰਿਫੰਡ ਕਰਨ ਦੀ ਵੀ ਲੋੜ ਹੈਗੀ। ਹਾਂਜੀ ਬੀ ਤੇ 2.2 ਬੀ ਦੁਬਾਰਾ ਦੱਸੋ ਜੀ ਬੜਾ ਜੀ। ਇਹ ਆਪਾਂ ਐਂਡ ਤੇ ਐਕਸਪਲੇਨ ਕਰ ਲਾਂਗੇ ਜੀ, ਨੋਟ ਕਰ ਲਓ। ਠੀਕ ਹੈ ਜੀ। ਹਾਂਜੀ ਅੱਗੇ ਦੇਖੋ ਜੀ 2.2 ਬੀ। The government further reserve to themselves the right of withholding or withdrawing a pension or any part of it, whether permanently or for a specified period, and the right of ordering the recovery from a pension of the whole or part of any pecuniary loss caused to government if, in a departmental or judicial proceeding, the pensioner is found guilty of grave misconduct or negligence during the period of his service, including service rendered upon re-employment after retirement. ਹਾਂਜੀ ਹੁਣ ਇਹ ਕੀ ਕਹਿੰਦੇ ਆ 2.2 ਬੀ ਦੇ ਵਿੱਚ ਅਸੀਂ ਗੱਲ ਕੀਤੀ ਸੀ ਕਿ ਡਿਊਰਿੰਗ ਸਰਵਿਸ ਜੇ ਕੋਈ ਐਕਟ ਹੈਗਾ ਉਹ ਇਹਦੇ ਅੰਡਰ ਕਵਰ ਹੋ ਜਾਊਗਾ ਡਿਊਰਿੰਗ ਸਰਵਿਸ ਯਾਨੀ ਬਿਫੋਰ ਰਿਟਾਇਰਮੈਂਟ। ਕਹਿੰਦੇ ਸਰਕਾਰ ਹੈ ਜਿਹੜੇ ਉਹਦੇ ਕੋਲ ਹੱਕ ਰਾਖਵੇਂ ਹੁੰਦੇ ਆ ਕਿ ਤੁਹਾਡੀ ਪੈਨਸ਼ਨ ਹੈ ਜਿਹੜੀ ਉਹ ਵਿਦ ਹੋਲਡ ਜਾਂ ਵਿਦਡਰਾ ਕਰ ਸਕਦੀ ਹੈ, ਸਾਰੀ ਵੀ ਜਾਂ ਉਹਦਾ ਕੁਝ ਹਿੱਸਾ, ਪਰਮਾਨੈਂਟ ਮੈਜਰ ਵਜੋਂ ਵੀ ਜਾਂ ਟੈਂਪਰੇਰੀ ਮੈਜਰ ਵਜੋਂ। ਠੀਕ ਹੈ, ਕਿਉਂ? ਜੇਕਰ ਲੱਗਦਾ ਹੈ ਕਿ ਕੋਈ ਸਰਕਾਰ ਨੂੰ ਲਾਸ ਹੋਇਆ, ਪੈਸਾ ਦਾ ਨੁਕਸਾਨ ਹੋ ਗਿਆ, ਪੈਕਨਰੀ ਲਾਸ ਹੋ ਗਿਆ, ਉਹ ਕਦੋਂ ਲੱਗੂਗਾ ਜੀ? ਡਿਪਾਰਟਮੈਂਟਲ ਪ੍ਰੋਸੀਡਿੰਗ ਚੱਲੂਗੀ ਪ੍ਰੋਪਰ ਜਾਂ ਕੋਰਟ ਪ੍ਰੋਸੀਡਿੰਗ ਚੱਲੂਗੀ। ਉਹਦੇ ਵਿੱਚ ਜੇ ਸਾਬਤ ਹੁੰਦਾ ਹੈ ਕਿ ਪੈਨਸ਼ਨਰ ਜਿਹੜਾ ਉਹਨੇ ਗ੍ਰੇਵ ਮਿਸਕੰਡਕਟ ਕੀਤਾ ਜਾਂ ਉਹਨੇ ਨੈਗਲੀਜੈਂਸ ਕਰਤੀ, ਠੀਕ ਹੈ, ਕਿਦੋਂ ਹੁੰਦਾ ਹੈ ਕੰਮ ਕਰਕੇ ਗਲਤੀ ਕਰਤੀ, ਇੱਕ ਹੋ ਗਿਆ ਕਿ ਕੰਮ ਨਹੀਂ ਕੀਤਾ ਤਾਂ ਗਲਤੀ ਹੋ ਗਈ। ਠੀਕ ਹੈ, ਉਹਦੇ ਵਿੱਚ ਰੀਇੰਪਲੋਇਮੈਂਟ ਜੇ ਹੋ ਜਾਂਦੀ ਆਫਟਰ ਰਿਟਾਇਰਮੈਂਟ ਉਹ ਵੀ ਵਿੱਚ ਕਵਰ ਹੈ ਪੀਰੀਅਡ। ਹੁਣ ਇੱਥੇ ਸਟ੍ਰਿਕਟਲੀ ਇਹ ਕਿਹਦੀ ਗੱਲ ਕਰ ਰਹੇ ਹੈ? ਇਨ ਸਰਵਿਸ ਜੇ ਕੋਈ ਮਿਸਕੰਡਕਟ ਹੁੰਦਾ ਉੱਥੇ ਕੀ ਹੈ ਡਿਪਾਰਟਮੈਂਟਲ ਜਾਂ ਜੁਡੀਸ਼ੀਅਲ ਪ੍ਰੋਸੀਡਿੰਗ ਚੱਲੂਗੀ ਪ੍ਰੋਵਾਈਡਡ ਦੈਟ। ਹਾਂਜੀ Provided that, first, such departmental proceedings, if instituted while the officer was in service, whether before his retirement or during his re-employment, shall, after the final retirement of the officer, be deemed to be a proceeding under this article, and shall be continued and concluded by the authority by which it was commenced in the same manner as if the officer had continued in service. ਹਾਂਜੀ ਪ੍ਰੋਵਾਈਡਡ ਦੈਟ ਕਹਿੰਦੇ ਜੇਕਰ ਡਿਪਾਰਟਮੈਂਟਲ ਪ੍ਰੋਸੀਡਿੰਗ ਪਹਿਲਾਂ ਦੀ ਸਟਾਰਟ ਹੋਈ ਹੋਈ ਹੈ ਜਦੋਂ ਸਰਵਿਸ ਦੇ ਵਿੱਚ ਸੀ ਕਰਮਚਾਰੀ, ਠੀਕ ਹੈ, ਜਦੋਂ ਫਾਈਨਲ ਰਿਟਾਇਰਮੈਂਟ ਹੋਊਗੀ ਕਰਮਚਾਰੀ ਦੀ ਤਾਂ ਉਹ ਪ੍ਰੋਸੀਡਿੰਗ ਇਸ ਰੂਲ ਅਧੀਨ ਹੈ ਜਿਹੜੇ ਜਾਰੀ ਕੀਤੀ ਜਾਊਗੀ ਤੇ ਇਹ ਮੰਨ ਲਿਆ ਜਾਊਗਾ ਕਿ ਇਸ ਰੂਲ ਅੰਡਰ ਉਹ ਸਟਾਰਟ ਹੋਈ ਹੈ 2.2 ਬੀ ਦੀ। ਠੀਕ ਹੈ, ਤੇ ਉਹਨੂੰ ਕਨਕਲੂਡ ਕੌਣ ਕਰੂਗਾ? ਜਿਹੜੀ ਅਥਾਰਟੀ ਨੇ ਕਮੈਂਸ ਕੀਤਾ ਸੀ ਉਹੀ ਕਨਕਲੂਡ ਕਰੋ। ਠੀਕ ਹੈ, ਇਹ ਮੰਨ ਕੇ ਕਿ ਜੇਕਰ ਉਹ ਸਰਵਿਸ 'ਚ ਹੁੰਦਾ ਜੋ ਕਨਕਲੂਡ ਕਰਦਾ ਉਹੀ ਅਥਾਰਟੀ ਕਨਕਲੂਡ ਕਰੂਗੀ। ਹਾਂਜੀ ਸੈਕੰਡ ਪ੍ਰੋਵੀਜ਼ਨ। Such departmental proceedings, if not instituted while the officer was in service, whether before his retirement or during his re-employment, first, shall not be instituted save with the sanction of the government. Second, shall not be in respect of any event which took place more than 4 years before such institution. And third, shall be conducted by such authority and in such place as the government may direct, and in accordance with the procedure applicable to departmental proceedings, in which an order of dismissal from service could be made in relation to the officer during his service. ਹਾਂਜੀ ਹੁਣ ਜਿਹੜੀ ਡਿਪਾਰਟਮੈਂਟਲ ਪ੍ਰੋਸੀਡਿੰਗ ਚਲਾਣੀ ਹੈ ਪੈਨਸ਼ਨਰ ਖਿਲਾਫ ਕਿ ਕੋਈ ਐਕਟ ਹੋਇਆ ਜਿਹੜਾ ਬਿਫੋਰ ਰਿਟਾਇਰਮੈਂਟ ਕੋਈ ਹੋਇਆ ਹੋਇਆ ਹੈ, ਉਹਦੀਆਂ ਕੁਝ ਸ਼ਰਤਾਂ ਹੈ ਜੇ ਉਹਦੇ ਖਿਲਾਫ ਕਾਰਵਾਈ ਕਰਨੀ ਹੈ। ਕੀ ਸ਼ਰਤਾਂ ਕੀ ਹੈ ਜੀ? ਪਹਿਲਾਂ ਤਾਂ ਗਵਰਨਮੈਂਟ ਦੀ ਸੈਂਕਸ਼ਨ ਲੈਣੀ ਪਊਗੀ। ਜੇ ਕੋਈ ਪ੍ਰੋਸੀਡਿੰਗ ਚਲਾਉਣੀ ਹੈ ਤਾਂ ਉਹਦੇ ਵਾਸਤੇ ਗਵਰਨਮੈਂਟ ਦੀ ਪਹਿਲਾਂ ਸੈਂਕਸ਼ਨ ਲੈਣੀ ਪਊਗੀ। ਦੂਜੀ ਗੱਲ
ਕਿ ਜਦੋਂ ਤੁਸੀਂ ਇੰਸਟੀਟਿਊਸ਼ਨ ਕਰ ਰਹੇ ਹੋ ਪ੍ਰੋਸੀਡਿੰਗਸ ਦੀ, ਕੋਈ ਐਕਟ ਉਹ ਤੋਂ 4 ਸਾਲ ਪਹਿਲਾਂ ਹੋ ਚੁੱਕਿਆ ਹੈ, ਮਤਲਬ 4 ਸਾਲ ਦੇ ਵਿੱਚ ਜਿਹੜਾ ਹੋਇਆ ਹੈ ਨਾ, 4 ਸਾਲ ਦੀ ਲਿਮਿਟ ਰੱਖਤੀ ਡੇਟ ਆਫ ਇੰਸਟੀਟਿਊਸ਼ਨ ਤੋਂ, ਉਹੀ ਕਵਰ ਹੋਣਗੇ। ਜੇ 4 ਸਾਲ ਤੋਂ ਉੱਤੇ ਦਾ ਸਮਾਂ ਹੋ ਚੁੱਕਿਆ ਫਿਰ ਉਹ 2.2B ਚ ਕਵਰ ਨਹੀਂ ਹੋਊਗਾ। ਠੀਕ ਹੈ, ਯਾਨੀ ਜੇ ਪ੍ਰੋਸੀਡਿੰਗ ਚਲਾਉਣੀ ਹੈ ਤਾਂ 4 ਸਾਲ ਤੱਕ ਦੀ ਹੀ ਚਲਾ ਸਕਦੇ ਹੋ। ਠੀਕ ਹੈ, ਕਦੋਂ ਤੋਂ ਲੈਣੇ 4 ਸਾਲ? ਜਦੋਂ ਤੁਸੀਂ, ਤੁਹਾਨੂੰ ਪਤਾ ਲੱਗ ਗਿਆ ਵੀ ਆ ਕੋਈ ਐਕਟ ਹੋਇਆ, ਤੁਸੀਂ ਉਹਦੇ ਬਾਰੇ ਕੁਝ ਕਰ ਰਹੇ ਹੋ, ਇੰਸਟੀਟਿਊਸ਼ਨ ਹੈ ਨਾ, ਪ੍ਰੋਸੀਡਿੰਗ ਚਲਾਉਣ ਦੀ ਤਿਆਰੀ ਕਰ ਰਹੇ ਹੋ ਜਾਂ ਕਰ ਰਹੇ ਹੋ, ਕੋਈ ਤੁਸੀਂ ਚਾਰਜ ਸ਼ੀਟ ਵਗੈਰਾ ਜਾਰੀ ਕਰਤੀ ਜਾਂ ਕੁਝ ਨੋਟਿਸ ਕਰਤਾ, ਉੱਥੋਂ 4 ਸਾਲ ਤੁਸੀਂ ਦੇਖੋਗੇ ਪਹਿਲਾਂ। ਕੰਡਕਟ ਕੌਣ ਕਰੂ ਪ੍ਰੋਸੀਡਿੰਗ? ਕੰਡਕਟ ਕੌਣ ਕਰੂ? ਅਥਾਰਟੀ ਤੇ ਪਲੇਸ ਹੈ ਗਵਰਨਮੈਂਟ ਡਿਸਾਈਡ ਕਰੂਗੀ। ਪ੍ਰੋਸੀਜਰ ਕੀ ਰਹੂਗਾ? ਜਦੋਂ ਕਰਮਚਾਰੀ ਸਰਵਿਸ 'ਚ ਹੁੰਦਾ ਹੈ, ਉਹਨੂੰ ਡਿਸਮਿਸ ਕਰਨ ਲਈ ਜਿਹੜਾ ਪ੍ਰੋਸੀਜਰ ਚਲਾਇਆ ਜਾਂਦਾ ਹੈ, ਉਹੀ ਪ੍ਰੋਸੀਜਰ ਹੈ ਜਿਹੜਾ ਉਹ ਇੱਥੇ ਫੋਲੋ ਹੋਊਗਾ। ਬਈ ਜੇ ਕਰਮਚਾਰੀ, ਜਿਹੜੇ ਕਰਮਚਾਰੀ ਖਿਲਾਫ ਤੁਸੀਂ ਕਾਰਵਾਈ ਕਰ ਰਹੇ ਹੈ, ਜੇਕਰ ਉਹ ਸਰਵਿਸ 'ਚ ਹੁੰਦਾ, ਉਹਨੂੰ ਡਿਸਮਿਸ ਕਰਨ ਲਈ ਜਿਹੜਾ ਪ੍ਰੋਸੀਜਰ ਚਲਾਇਆ ਜਾਣਾ ਸੀ, ਉਹੀ ਪ੍ਰੋਸੀਜਰ ਹੈ ਜਿਹੜਾ ਹੁਣ ਚਲਾਇਆ ਜਾਊਗਾ 2.2B ਦੀ। ਹਾਂਜੀ, ਥਰਡ। No such judicial proceedings, if not instituted while the officer was in service, whether before his retirement or during his re-employment, shall be instituted in respect of a cause of action which arose or an event which took place more than 4 years before such institution, and the Public Service Commission should be consulted before final orders are passed. Explanation for the ਹੁਣ ਇੱਥੇ ਕਹਿੰਦੇ ਜੁਡੀਸ਼ੀਅਲ ਪ੍ਰੋਸੀਡਿੰਗ ਚਲਾਉਣੀ ਹੈ, ਉਹ ਤਾਂ ਚੱਲੂਗੀ ਜੇਕਰ ਕਾਜ਼ ਆਫ ਐਕਸ਼ਨ ਉਸ ਪ੍ਰੋਸੀਡਿੰਗ ਚੱਲਣ ਤੋਂ 4 ਸਾਲ ਦੇ ਵਿੱਚ ਹੋਇਆ ਹੈ ਤਾਂ। ਤੇ ਹੋਰ ਕੀ ਕਹਿੰਦੇ ਆ ਕਿ ਪੀਪੀਐਸਸੀ ਨੂੰ ਕੰਸਲਟ ਕੀਤਾ ਜਾਊਗਾ ਬਿਫੋਰ ਫਾਈਨਲ ਆਰਡਰ ਆਰ ਪਾਸ। ਜਦੋਂ ਫਾਈਨਲ ਆਰਡਰ ਪਾਸ ਕਰਨੇ ਆ ਤੁਸੀਂ, ਉਹ ਤੋਂ ਪਹਿਲਾਂ ਪੀਪੀਐਸਸੀ ਨੂੰ ਕੰਸਲਟ ਜ਼ਰੂਰ ਕਰਨਾ। ਹਾਂਜੀ, ਅੱਗੇ ਜੀ ਐਕਸਪਲੇਨੇਸ਼ਨ। For the purpose of this rule, a departmental proceeding shall be deemed to be instituted on the date on which the statement of charges is issued to the officer or pensioner, or if the officer has been placed under suspension from an earlier date on such date, and the judicial proceeding shall be deemed to be instituted. In the case of criminal proceeding, on the date on which the complaint or report of the police officer on which the magistrate took cognizance is made, and second, in the case of civil proceeding, on the date of presentation of plaint in the court. ਹਾਂਜੀ, ਹੁਣ ਡਿਪਾਰਟਮੈਂਟਲ ਪ੍ਰੋਸੀਡਿੰਗ ਦੀ ਇੰਸਟੀਟਿਊਸ਼ਨ ਡੇਟ ਦੀ ਆਪਾਂ ਗੱਲ ਕਰਦੇ ਹਾਂ ਵੀ ਉਹ ਤੋਂ 4 ਸਾਲ ਪਹਿਲਾਂ ਤੁਸੀਂ ਐਕਟ ਹੈ ਜਿਹੜਾ 4 ਸਾਲ ਤੱਕ ਦਾ ਹੀ ਕਵਰ ਹੋਊਗਾ। ਇੰਸਟੀਟਿਊਸ਼ਨ ਤੋਂ ਕੀ ਭਾਵ ਹੈ? ਕਹਿੰਦੇ ਜਿਸ ਦਿਨ ਤੁਸੀਂ ਸਟੇਟਮੈਂਟ ਆਫ ਚਾਰजेस ਇਸ਼ੂ ਕਰਤੀ, ਉਸ ਦਿਨ ਤੋਂ ਇੰਸਟੀਟਿਊਸ਼ਨ ਡੇਟ ਮੰਨ ਲਿਆ ਜਾਊਗਾ ਉਸ ਨੂੰ। ਜਾਂ ਫਿਰ ਜੇਕਰ ਕਰਮਚਾਰੀ ਸਸਪੈਂਡ ਹੈ ਤਾਂ ਉਹ ਸਸਪੈਂਸ਼ਨ ਵਾਲੀ ਡੇਟ ਤੋਂ ਮੰਨ ਲਿਆ ਜਾਊਗਾ। ਠੀਕ ਹੈ, ਉਹ ਤੋਂ 4 ਸਾਲ ਪਹਿਲਾਂ ਲੈ ਲੈਣੇ ਆ। ਜੁਡੀਸ਼ੀਅਲ ਪ੍ਰੋਸੀਡਿੰਗ ਦੀ ਕਹਿੰਦੇ ਆ, ਜੁਡੀਸ਼ੀਅਲ ਪ੍ਰੋਸੀਡਿੰਗ ਦੀ ਅਸੀਂ ਇੰਸਟੀਟਿਊਸ਼ਨ ਡੇਟ ਕੀ ਲੈਣੀ ਹੈ? ਜਦੋਂ ਕੋਈ ਕੰਪਲੇਂਟ ਹੋਈ, ਕ੍ਰਿਮੀਨਲ ਪ੍ਰੋਸੀਡਿੰਗ ਦੀ ਕੋਈ ਕੰਪਲੇਂਟ ਹੋਈ, ਉਹ ਕੰਪਲੇਂਟ ਦੀ ਡੇਟ, ਜਾਂ ਪੁਲਿਸ ਅਫਸਰ ਦੀ ਕੋਈ ਰਿਪੋਰਟ ਹੋਈ ਜਿਹਦੇ ਤੇ ਮੈਜਿਸਟ੍ਰੇਟ ਨੇ ਕੌਗਨੀਜ਼ੈਂਸ ਲਿਆ, ਉਹ। ਜੇਕਰ ਸਿਵਲ ਪ੍ਰੋਸੀਡਿੰਗ ਹੈ ਤਾਂ ਜਦੋਂ ਪਲੇਂਟ ਪ੍ਰੈਜ਼ੈਂਟ ਹੋਈ ਹੈ ਕੋਰਟ ਦੇ ਵਿੱਚ ਸੁਣਵਾਈ ਲਈ ਪਹਿਲੀ ਵਾਰ, ਉਹ ਡੇਟ ਆਫ ਇੰਸਟੀਟਿਊਸ਼ਨ ਤੁਸੀਂ ਲੈ ਕੇ ਚੱਲੋਗੇ ਫॉर ਕੈਲਕੂਲੇਸ਼ਨ ਆਫ 4 years ਪੀਰੀਅਡ। ਹਾਂਜੀ, ਨੋਟ। As soon as proceedings of the nature referred to in the above rule are instituted, the authority ਇੱਕ ਹੋਰ which ਬਣਾ ਦਿਓ, ਕਟਹਲ ਬਣਾ ਦਿਓ। ਕਿਹਾ ਸੀਗਾ ਕਟਹਲ ਬਣਾ ਦਿਓ। ਹਾਂਜੀ ਹਾਂਜੀ, ਪੜੋ ਜੀ। The authority which institutes such proceeding should without delay intimate the fact to the Accountant General
The amount of pension withheld under Clause B should not ordinarily exceed one-third of pension originally sanctioned, including any amount of pension to be so withheld. Regard should be had to the consideration whether the amount of the pension left to the pensioner in any case would be adequate for his maintenance. ਦੇਖੋ ਇਹ ਅਸੀਂ 2.2 ਏ ਦੇ ਵਿੱਚ ਵੀ ਪੜ੍ਹ ਕੇ ਆਏ ਕਿ ਜਦੋਂ ਜਿਹੜੀ ਪੈਨਸ਼ਨ ਰੋਕਣੀ ਤੁਸੀਂ ਉਹ ਪੈਨਸ਼ਨ ਦਾ 1/3 ਤੋਂ ਵੱਧ ਨਾ ਹੋਵੇ ਤੇ ਘੱਟੋ ਘੱਟ 3500 ਹੋਵੇ। ਪੈਨਸ਼ਨ ਜਿਹੜੀ ਬਚਦੀ ਹੋਵੇ ਘੱਟੋ ਘੱਟ 3500 ਤਾਂ ਹੋਵੇ ਹੀ ਹੋਵੇ। ਤੇ ਉਹਦੀ ਮੇਨਟੇਨੈਂਸ ਨੂੰ ਉਹਦਾ ਖਿਆਲ ਜ਼ਰੂਰ ਰੱਖਣਾ ਹੈ। ਕਈ ਵਾਰ ਆਪਾਂ ਗੱਲ ਕੀਤੀ ਸੀ ਕਿ ਕਈ ਵਾਰ ਕੋਈ ਮੈਡੀਕਲ ਕੰਡੀਸ਼ਨ ਹੁੰਦੀ ਹੈ ਨਾ, ਉਹਦਾ ਕੋਈ ਖਰਚਾ ਚੱਲ ਰਿਹਾ ਹੁੰਦਾ ਹੈ, ਉਹ ਤੁਸੀਂ ਵਿੱਚ ਲਾ ਕੇ ਚੱਲਣਾ ਹੈ ਨਾ, ਉਹ ਜ਼ਰੂਰੀ ਹੈ। ਉਹ ਜੇ ਕੱਟ ਲਓਗੇ, ਕੱਟ ਮਾਰ ਦੋਗੇ ਤੇ ਉਹਦੀ ਲਾਈਫ ਜੈਪਰਡਾਈਜ਼ ਹੋ ਜਾਣੀ ਹੈ ਪੈਨਸ਼ਨਰ ਦੀ। ਤਾਂ ਕਹਿੰਦੇ ਇਹ ਚੀਜ਼ਾਂ ਤੁਸੀਂ ਫੈਕਟਰ ਜਿਹੜੇ ਖਿਆਲ ਰੱਖਣੇ ਆ। ਦੂਜੀ ਗੱਲ ਕਹਿੰਦੀ ਕਿ ਜਦੋਂ ਤੁਸੀਂ ਪ੍ਰੋਸੀਡਿੰਗ ਚਲਾਤੀਆਂ ਜੁਡੀਸ਼ੀਅਲ ਜਾਂ ਡਿਪਾਰਟਮੈਂਟਲ, ਨਾਲ ਦੀ ਨਾਲ ਤੁਸੀਂ ਏਜੀ ਨੂੰ ਜ਼ਰੂਰ ਇਨਫੋਰਮ ਕਰਨਾ, ਕਿਉਂਕਿ ਪੈਨਸ਼ਨ ਹੈ ਜਿਹੜਾ ਉਹ ਟੀਓ ਦੇ ਰਿਹਾ ਔਨ ਅਥੋਰਾਈਜੇਸ਼ਨ ਆਫ ਅਕਾਊਂਟੈਂਟ ਜਨਰਲ। ਹਾਂਜੀ, ਅੱਗੇ ਹੈਗਾ 2.2 ਸੀ। C. First, where any departmental or judicial proceeding is instituted under Clause B of Rule 2.2, or where a departmental proceeding is continued under Clause 1 of the proviso thereto against an officer who has retired on attaining the age of compulsory retirement or otherwise, he shall be paid during the period commencing from the date of his retirement to the date on which, upon conclusion of such proceedings, final orders are passed, a provisional pension not exceeding the maximum pension which would have been admissible on the basis of his qualifying service up to the date of retirement, or if he was under suspension on the date of retirement up to date immediately preceding to the date on which he was placed under suspension, but no gratuity or death cum retirement gratuity shall be paid to him until the conclusion of such proceedings and of final orders thereon. The gratuity, if allowed to be drawn by the competent authority on the conclusion of proceeding, will be deemed to have fallen due on the date of issue of final orders by competent authority. ਹਾਂਜੀ, ਸੀ ਦੀ ਗੱਲ ਕਰ ਰਹੇ ਹਾਂ। 2.2 ਏ ਕਵਰ ਹੋ ਗਿਆ, ਬੀ ਹੋ ਗਿਆ, ਹੁਣ ਸੀ। ਹੁਣ ਅਸੀਂ ਪਿਛਲੇ ਆਰਡਰਾਂ ਦੇ ਵਿੱਚ ਡਿਪਾਰਟਮੈਂਟਲ ਜਾਂ ਜੁਡੀਸ਼ੀਅਲ ਪ੍ਰੋਸੀਡਿੰਗ ਇੰਸਟੀਟਿਊਟ ਕਰ ਚੁੱਕੇ ਆ ਪੈਨਸ਼ਨਰ ਖਿਲਾਫ। ਠੀਕ ਹੈ, ਹੁਣ ਉਹਦੀ ਰਿਟਾਇਰਮੈਂਟ, ਮੰਨ ਲਓ ਕੋਈ ਕਰਮਚਾਰੀ ਖਿਲਾਫ ਡਿਪਾਰਟਮੈਂਟ ਪ੍ਰੋਸੀਡਿੰਗ ਚੱਲ ਰਹੀ ਸੀ, ਹੁਣ ਉਹ ਰਿਟਾਇਰ ਹੋਣ ਜਾ ਰਿਹਾ, ਹੁਣ ਉਹ ਪ੍ਰੋਸੀਡਿੰਗ ਹੈ ਜਿਹੜੀ ਉਹ 2.2 ਬੀ ਅਧੀਨ ਹੈ ਕੰਟੀਨਿਊ ਕੀਤੀ ਜਾਊਗੀ। ਅਸੀਂ ਉੱਤੇ ਪੜ੍ਹ ਕੇ ਐਸੇ ਕੇਸਿਸ ਦੇ ਵਿੱਚ ਜਿੱਥੇ ਡਿਪਾਰਟਮੈਂਟਲ ਜਾਂ ਜੁਡੀਸ਼ੀਅਲ ਪ੍ਰੋਸੀਡਿੰਗ ਚੱਲ ਰਹੀ ਹੋਵੇ, ਉੱਥੇ ਰਿਟਾਇਰਮੈਂਟ ਦੀ ਡੇਟ ਤੋਂ ਲੈ ਕੇ ਜਦੋਂ ਉਹਨਾਂ ਪ੍ਰੋਸੀਡਿੰਗਾਂ ਦਾ ਫੈਸਲਾ ਆਊਗਾ ਉਸ ਡੇਟ ਤੱਕ ਤੁਸੀਂ ਆਰਜੀ ਪੈਨਸ਼ਨ ਦੇ ਦੇਣੀ ਹੈ। ਪੱਕੀ ਪੈਨਸ਼ਨ ਨਹੀਂ ਲਾਉਣੀ, ਆਰਜੀ ਪੈਨਸ਼ਨ ਦੇ ਦੇਣੀ ਹੈ। ਉਹ ਕਿੰਨੀ ਦੇਣੀ ਹੈ ਉਹ ਅਥਾਰਟੀ ਦੇਖੂਗੀ। ਮੈਕਸਿਮਮ ਕਿੰਨੀ ਦੇਣੀ ਹੈ ਬਈ, ਜਿੰਨੀ ਪੱਕੀ ਪੈਨਸ਼ਨ ਬਣਦੀ ਸੀ 100% ਉਹ ਮੈਕਸਿਮਮ ਤੁਸੀਂ ਦੇ ਸਕਦੇ ਹੋ। ਠੀਕ ਹੈ, 80%, 85%, 90% ਤੁਸੀਂ ਲਾ ਸਕਦੇ ਹੋ। ਜੇਕਰ ਤੁਹਾਨੂੰ ਇਹ ਖਤਰਾ ਹੈ ਕਿ ਇਹਦੀ ਪੈਨਸ਼ਨ ਹੈ ਵਿਦਹੋਲਡ ਹੋ ਸਕਦੀ ਹੈ, ਵੀ 10% ਕੱਟ ਵੱਜ ਸਕਦਾ ਹੈ ਜਾਂ 15%, 20%, ਤਾਂ ਤੁਸੀਂ ਉਸ ਹਿਸਾਬ ਨਾਲ ਪੈਨਸ਼ਨ ਉਹਦੀ ਲਾ ਸਕਦੇ ਹੋ। ਠੀਕ ਹੈ, ਕੁਆਲੀਫਾਈਂਗ ਸਰਵਿਸ ਕਦੋਂ ਤੱਕ ਲੈਣੀ ਹੈ? ਡੇਟ ਆਫ ਰਿਟਾਇਰਮੈਂਟ ਤੱਕ, ਜਾਂ ਫਿਰ ਜੇ ਰਿਟਾਇਰਮੈਂਟ ਤੋਂ ਪਹਿਲਾਂ ਸਸਪੈਂਡ ਚੱਲ ਰਿਹਾ ਸੀ ਤਾਂ ਸਸਪੈਂਸ਼ਨ ਤੋਂ ਪਹਿਲਾਂ ਦੀ ਜਿਹੜੀ ਕੁਆਲੀਫਾਈਂਗ ਸਰਵਿਸ ਲੈ ਕੇ ਚੱਲਣੀ ਹੈ। ਮੇਨ ਗੱਲ ਕੀ ਕਹਿੰਦੇ, ਗ੍ਰੈਚੁਟੀ ਨਹੀਂ ਦੇਣੀ, ਗ੍ਰੈਚੁਟੀ ਔਨ ਹੋਲਡ ਰੱਖ ਲਓਗੇ। ਠੀਕ ਹੈ, ਔਨ ਹੋਲਡ ਰੱਖਣੀ। ਅੱਗੇ ਕਹਿੰਦੇ ਹੈ ਹੁਣ ਫਾਈਨਲ ਆਰਡਰ ਆ ਗਏ। ਆਪਾਂ ਗੱਲ ਕੀਤੀ ਸੀ ਫਾਈਨਲ ਆਰਡਰਾਂ ਦੇ, ਤੁਸੀਂ ਫਾਈਨਲ ਆਰਡਰਾਂ ਤੱਕ ਜਿਹੜਾ ਗ੍ਰੈਚੁਟੀ ਹੋਲਡ ਰੱਖਣੀ। ਫਾਈਨਲ ਆਰਡਰ ਆ ਗਏ, ਗ੍ਰੈਚੁਟੀ ਪੇ ਕਰ ਰਹੇ ਹੋ। ਠੀਕ ਹੈ, ਹੁਣ ਕਹਿੰਦੇ ਜਦੋਂ ਫਾਈਨਲ ਆਰਡਰ ਆ ਗਏ, ਕੰਕਲੂਜਨ ਆਫ ਪ੍ਰੋਸੀਡਿੰਗ ਦੇ ਜਿਹੜੇ ਫਾਈਨਲ ਆਰਡਰ ਆ ਗਏ,
ਜਿਸ ਡੇਟ ਨੂੰ ਉਹ ਆਰਡਰ ਆਏ ਹੈ ਉਸ ਡੇਟ ਤੋਂ ਗ੍ਰੈਚੁਟੀ ਡਿਊ ਮੰਨੀ ਜਾਊਗੀ। ਠੀਕ ਹੈ, ਅਦਰਵਾਈਜ਼ ਡੇਟ ਆਫ ਰਿਟਾਇਰਮੈਂਟ ਤੋਂ ਡਿਊ ਮੰਨੀ ਜਾਂਦੀ ਹੈ ਗ੍ਰੈਚੁਟੀ। ਪਰ ਜੇਕਰ ਪ੍ਰੋਸੀਡਿੰਗ ਚੱਲ ਰਹੀ ਹੈ ਤਾਂ ਜਦੋਂ ਫਾਈਨਲ ਆਰਡਰ ਆਏ ਆ ਉਸ ਡੇਟ ਤੋਂ ਗ੍ਰੈਚੁਟੀ ਡਿਊ ਮੰਨ ਲਈ ਜਾਊਗੀ। ਇਹ ਕਿਉਂ ਮੈਂਸ਼ਨ ਕੀਤਾ ਹੈ? ਅੱਗੇ ਗ੍ਰੈਚੁਟੀ ਤੇ ਇੰਟਰਸਟ ਦੀ ਗੱਲ ਹੋਊਗੀ, ਉਹਦੇ ਵਾਸਤੇ ਮੈਂਸ਼ਨ ਕੀਤਾ ਹੈ। ਉਹਨੂੰ ਇਹਦੇ ਨਾਲ ਰੀਡ ਕਰਨਾ ਹੋਊਗਾ। ਕੁਐਸਚਨ ਆਊਗਾ ਕਿ ਵਿਆਜ ਮੰਗਦਾ ਕਰਮਚਾਰੀ ਪੈਨਸ਼ਨਰ ਹੈ ਜਿਹੜਾ। ਠੀਕ ਹੈ, ਤਾਂ ਇਹ ਇੰਪੋਰਟੈਂਟ ਹੈ। ਹਾਂਜੀ, provided that where departmental proceedings have been instituted under Rule 10 of Punjab Civil Services Punishment and Appeal Rules 1970 for imposing any of penalties specified in clause 1, 2 and 4 of Rule 5 of the said rules, the payment of gratuity or DCRG, as the case may be, shall not be withheld. ਪਰ ਕਹਿੰਦੇ ਜਿੱਥੇ ਡਿਪਾਰਟਮੈਂਟਲ ਪ੍ਰੋਸੀਡਿੰਗ ਹੈ ਜਿਹੜੀ ਉਹ ਅੰਡਰ ਰੂਲ 10 ਚੱਲ ਰਹੀ ਹੈ, ਦੇਖੋ ਜਿਹੜੀ ਮੇਜਰ ਪਨਿਸ਼ਮੈਂਟ ਤੇ ਮਾਈਨਰ ਪਨਿਸ਼ਮੈਂਟਸ ਹੁੰਦੀਆਂ ਇਹਦੇ ਵਿੱਚ ਪਨਿਸ਼ਮੈਂਟ ਐਂਡ ਅਪੀਲ ਰੂਲਸ ਦੇ ਵਿੱਚ ਪੜਾਂਗੇ, ਤਾਂ ਜਿਹੜੀ ਮੇਜਰ ਪਨਿਸ਼ਮੈਂਟ ਹੁੰਦੀ ਹੈ ਉਹ ਅੰਡਰ ਰੂਲ 8 ਚੱਲਦੀ ਹੈ, ਜਿਹੜੀ ਮਾਈਨਰ ਹੁੰਦੀ ਹੈ ਉਹ ਅੰਡਰ ਰੂਲ 10 ਚੱਲਦੀ ਹੈ। ਜੇ ਅੰਡਰ ਰੂਲ 10 ਡਿਪਾਰਟਮੈਂਟਲ ਪ੍ਰੋਸੀਡਿੰਗ ਇਨੀਸ਼ੀਏਟ ਹੋਈ ਹੈ ਕਰਮਚਾਰੀ ਅਗੇਂਸਟ, ਠੀਕ ਹੈ, ਉੱਥੇ DCRG ਕਹਿੰਦੇ ਪੇ ਵੀ ਕੀਤੀ ਜਾ ਸਕਦੀ ਹੈ, ਕੋਈ ਗੱਲ ਨਹੀਂ। ਪਰ ਜਿਹੜੀ ਮਾਈਨਰ ਪਨਿਸ਼ਮੈਂਟਸ ਹੈ ਨਾ, ਉਹਦੇ ਵਿੱਚ 3 ਨੰਬਰ ਵਾਲੀ ਛੱਡਤੀ ਇਹਨਾਂ ਨੇ। ਉਹ ਕੀ ਹੈ? ਰਿਕਵਰੀ ਦੀ ਉਹ ਪਨਿਸ਼ਮੈਂਟ ਵੀ ਹੈਗੀ ਹੈ ਮਾਈਨਰ ਉਹਦੇ ਚ। ਹੁਣ ਜੇ ਰਿਕਵਰੀ ਹੋਊਗੀ ਫਿਰ ਤਾਂ ਇਸੇ ਚੋਂ ਕੱਟਣਾ, DCRG ਚੋਂ ਆਪਾਂ ਕੱਟ ਸਕਦੇ ਹਾਂ। ਠੀਕ ਹੈ, DCRG ਚੋਂ ਆਪਾਂ ਕੱਟ ਸਕਦੇ ਹਾਂ। ਪਿੱਛੇ ਪੜ੍ਹ ਕੇ ਆਏ ਆ ਬਈ ਜੇ ਅਗਲਾ ਰਿਕੁਐਸਟ ਜਾਂ ਕੰਸੈਂਟ ਦਿੰਦਾ ਤਾਂ ਕੱਟ ਲਓ, ਤਾਂ ਉੱਥੇ ਅਸੀਂ DCRG ਰੋਕ ਕੇ ਰੱਖਣੀ, ਉੱਥੇ ਨਹੀਂ। ਉਹ ਤੋਂ ਇਲਾਵਾ 1, 2 ਜਾਂ 4 ਜੇ ਆਉਂਦੀ ਹੈ ਤਾਂ ਅਸੀਂ DCRG ਦੇ ਦਾਂਗੇ। ਹਾਂਜੀ, second Payment of provisional pension made under subclause 1 shall be adjusted against the final retirement benefits sanctioned to such officer upon conclusion of aforesaid proceedings, but no recovery shall be made where the pension finally sanctioned is less than provisional pension, or the pension is reduced or withheld either permanently or for a specified period. ਹਾਂਜੀ, ਹੁਣ ਅਸੀਂ ਪਿੱਛੇ RG ਪੈਨਸ਼ਨ ਸਟਾਰਟ ਕੀਤੀ ਹੋਈ ਹੈ। ਅਸੀਂ ਡੇਟ ਆਫ ਰਿਟਾਇਰਮੈਂਟ ਤੋਂ ਲੈ ਕੇ ਡੇਟ ਆਫ ਫਾਈਨਲ ਆਰਡਰਸ ਤੱਕ RG ਪੈਨਸ਼ਨ ਦੇ ਰਹੇ ਹਾਂ, ਸਟਾਰਟ ਕੀਤੀ ਹੋਈ ਹੈ, PP ਦੇ ਰਹੇ ਹਾਂ। ਉਹਨੂੰ ਕਹਿੰਦੇ ਜਦੋਂ ਫਾਈਨਲ ਆਰਡਰ ਆ ਗਏ ਅਸੀਂ ਪੈਨਸ਼ਨ ਕੇਸ ਮਹਾਲੇਖਾਕਾਰ ਨੂੰ ਭੇਜਾਂਗੇ, ਪ੍ਰਵਾਨਗੀ ਆ ਜੂਗੀ। ਉੱਥੇ ਕਹਿੰਦੇ ਐਡਜਸਟ ਕਰ ਦੇਣੀ ਹੈ, ਕਿਉਂਕਿ ਪੈਨਸ਼ਨ ਤਾਂ ਉਹਨੂੰ ਡੇਟ ਆਫ ਰਿਟਾਇਰਮੈਂਟ ਤੋਂ ਮਿਲਣ ਜੋਗਾ, ਐਂਟਾਈਟਲਮੈਂਟ ਪੱਕੀ ਪੈਨਸ਼ਨ ਵੀ ਐਡਜਸਟ ਕਰ ਦੇਣੀ ਹੈ। ਠੀਕ ਹੈ, ਪਰ ਕਈ ਵਾਰ ਕੀ ਹੁੰਦਾ ਹੈ, ਜਿਹੜੀ ਫਾਈਨਲ ਪੈਨਸ਼ਨ ਹੁੰਦੀ ਹੈ, ਪੈਨਸ਼ਨ ਕੇਸ ਭੇਜਿਆ ਹੈ, ਮੰਨ ਲਓ ਸਜ਼ਾ ਮਿਲ ਗਈ ਡਿਪਾਰਟਮੈਂਟ ਪ੍ਰੋਸੀਡਿੰਗ ਜੋ ਕੱਟ ਲਾਤਾ, 20% ਕਟੌਤੀ ਕਰਤੀ ਪੈਨਸ਼ਨ ਦੀ ਪਰਮਾਨੈਂਟਲੀ, ਪਰ ਤੁਸੀਂ ਅਗਲੇ ਨੂੰ 100% ਪੈਨਸ਼ਨ ਦੇ ਰਹੇ ਸੀ। ਠੀਕ ਹੈ, ਹੁਣ ਪੱਕੀ ਕਿੰਨੀ ਮਿਲੂਗੀ? 80% ਮਿਲੂਗੀ, ਕਿਉਂਕਿ 20% ਤੱਕ ਕਟੌਤੀ ਕਰ ਲਈ। ਉੱਥੇ ਕਹਿੰਦੇ ਰਿਕਵਰੀ ਨਹੀਂ ਕਰਨੀ। ਠੀਕ ਹੈ, ਉੱਥੇ ਰਿਕਵਰੀ ਨਹੀਂ ਕਰਨੀ। ਮੰਨ ਲਓ ਜੇ ਤੁਸੀਂ 100 ਰੁਪਏ ਪਰ ਮੰਥ ਦੇ ਰਹੇ ਸੀ ਰਿਟਾਇਰੀ ਨੂੰ, ਤੇ ਗਵਰਨਮੈਂਟ ਕਹਿੰਦੀ ਕਿ 80 ਦੇਣੇ ਆ, 20 ਕੱਟ ਲਾ ਦੋ ਡੇਟ ਆਫ ਰਿਟਾਇਰਮੈਂਟ ਤੋਂ ਬਾਅਦ, ਤਾਂ ਉਹ ਜਿਹੜੇ 20 ਰੁਪਏ ਤੁਹਾਡੇ ਕੋਲ ਐਕਸਟਰਾ ਪੇ ਹੋ ਗਏ, ਉਹਦੀ ਕੋਈ ਰਿਕਵਰੀ ਨਹੀਂ ਕਰਨੀ ਹੈਗੀ, ਰੂਲਾਂ 'ਚ ਲਿਖਤਾ। ਅੱਗੇ ਦੇਖੋ ਜੀ 2.2 ਕੈਪੀਟਲ A,
2.28. In the case of a government employee who retires from service while on deputation to central government or any other state government or while on foreign service, action to sanction pension and gratuity in accordance with the provision of Chapter 9 shall be taken by audit officer or the head of office, as the case may be, of the cadre authority which sanction the deputation of government employee to the central or any state government, any other state government or to foreign service. ਹਾਂਜੀ, ਹੁਣ ਜੇ ਕੋਈ ਕਰਮਚਾਰੀ ਡੈਪੂਟੇਸ਼ਨ ਤੇ ਗਿਆ ਹੋਇਆ ਹੈ ਤੇ ਇਧਰੋਂ ਸਰਕਾਰ ਚ ਉਹ ਰਿਟਾਇਰ ਹੋ ਗਿਆ, ਉਹਦਾ ਪੈਨਸ਼ਨ ਕੇਸ ਹੈ, ਜਿਹੜਾ ਹੈੱਡ ਆਫ ਆਫਿਸ ਹੋਊਗਾ ਪੇਰੈਂਟ ਡਿਪਾਰਟਮੈਂਟ ਵਾਲਾ, ਉਹਨੇ ਸੈਂਕਸ਼ਨ ਕਰਨਾ ਹੈ। ਹਾਂਜੀ 2.3। Cases in which claims are inadmissible. 2.3. A competent authority may rule that the service of any class of government employees does not qualify for pension. ਹਾਂਜੀ, No, ਕੰਪੀਟੈਂਟ ਅਥਾਰਟੀ ਆਰਡਰ ਕਰ ਸਕਦੀ ਹੈ ਕਿ ਕਿਸੇ ਕਲਾਸ ਆਫ ਗਵਰਨਮੈਂਟ EMPLOYEE ਦੀ ਜਿਹੜੀ ਸਰਵਿਸ ਹੈ ਉਹ ਪੈਨਸ਼ਨ ਲਈ ਕੁਆਲੀਫਾਈ ਨਹੀਂ ਕਰੂਗੀ। ਹੱਥ 'ਚ ਕੰਪੀਟੈਂਟ ਅਥਾਰਟੀ। ਨੋਟ 1। Note 1. Service in dark bungalows or district garden establishments does not qualify. ਡਾਕ ਬੰਗਲੋ ਜਾਂ ਡਿਸਟ੍ਰਿਕਟ ਗਾਰਡਨ ਐਸਟੈਬਲਿਸ਼ਮੈਂਟ ਦੀ ਜਿਹੜੀ ਸਰਵਿਸ ਹੈ ਉਹ ਕੁਆਲੀਫਾਈਂਗ ਸਰਵਿਸ ਨਹੀਂ ਹੈਗੀ। ਨੋਟ 2। Post of patwaris have been declared pensionable with effect from 1st of August 1949. ਪਟਵਾਰੀ ਦੀ ਜਿਹੜੀ ਪੋਸਟ ਹੈ ਉਹਨੂੰ ਪੈਨਸ਼ਨੇਬਲ ਕਦੋਂ ਤੋਂ ਬਣਾਇਆ ਗਿਆ? 1 ਅਗਸਤ 1949। ਹਾਂਜੀ, ਅੱਗੇ ਦੇਖੋ 2.4। 2.4. In the following cases, no claim to pension is admitted. A. When a government employee is appointed for limited time only or for a specified duty on the completion of which he is to be discharged. B. ਹੋਰ ਕਿੱਥੇ ਪੈਨਸ਼ਨ ਦਾ ਕਲੇਮ ਨਹੀਂ ਬਣਦਾ? ਕਹਿੰਦੇ ਜਦੋਂ ਗਵਰਨਮੈਂਟ EMPLOYEE ਜਿਹੜਾ ਨਿਯੁਕਤ ਕੀਤਾ ਹੈ ਉਹ ਲਿਮਿਟਡ ਟਾਈਮ ਲਈ ਕੀਤਾ ਹੈ ਜਾਂ ਫਿਰ ਇੱਕ ਸਪੈਸੀਫਾਈਡ ਡਿਊਟੀ ਲਈ ਕੀਤਾ ਹੈ ਕਿ ਇਹ ਜਦੋਂ ਕੰਮ ਪੂਰਾ ਹੋ ਗਿਆ ਤੈਨੂੰ ਕੱਢ ਦਾਂਗੇ। B. When a person is employed temporarily on monthly wages without specified limit of time or duty, but a month's notice of discharge should be given to such a person and his wages must be paid for any period by which such notice falls short of a month. ਹੁਣ ਕੋਈ ਮੰਥਲੀ ਵੇਜ ਤੇ ਰੱਖਿਆ ਕਰਮਚਾਰੀ, ਉਹਦੀ ਵੀ ਪੈਨਸ਼ਨੇਬਲ ਸਰਵਿਸ ਨਹੀਂ ਬਣਦੀ ਹੈਗੀ। ਹਾਂਜੀ। C. When a person's whole time is not retained for public service, but he is merely paid for work done, such as government pleaders or law officers, not debarred from private practice. ਕੋਈ ਪਾਰਟ ਟਾਈਮ ਸਰਕਾਰ ਦੀ ਸੇਵਾ ਕਰ ਰਿਹਾ ਹੈ, ਜਿਵੇਂ ਕੋਈ ਲਾਅ ਅਫਸਰ ਹੈ ਜਾਂ ਗਵਰਨਮੈਂਟ ਪਲੀਡਰ ਹੈ, ਹੋਲ ਟਾਈਮ ਨਹੀਂ ਹੈਗਾ ਪਬਲਿਕ ਸਰਵਿਸ ਲਈ, ਉਹ ਵੀ ਪੈਨਸ਼ਨੇਬਲ ਨਹੀਂ ਬਣਨੀ ਹੈਗੀ। ਕਲੇਮ ਉਹਦਾ ਪੈਨਸ਼ਨ ਦਾ ਐਡਮਿਸਿਬਲ ਨਹੀਂ ਹੈਗਾ। ਅੱਗੇ ਦੇਖੋ ਤੁਸੀਂ D. When a public employee holds some other pensionable office, he earns no pension in respect of an office of the kind mentioned in clause C or in respect of duties paid for by a compensatory allowance. ਹੁਣ ਪਬਲਿਕ ਗਵਰਨਮੈਂਟ EMPLOYEE ਹੁੰਦਾ ਹੈ, ਉਹਨੇ ਕੋਈ ਪੈਨਸ਼ਨੇਬਲ ਆਫਿਸ ਹੋਲਡ ਕੀਤਾ ਹੁੰਦਾ, ਕੋਈ ਪੈਨਸ਼ਨੇਬਲ ਪੋਸਟ ਤੇ ਚੱਲ ਰਿਹਾ ਹੁੰਦਾ, ਉਹਨੂੰ ਕੋਈ ਦੂਸਰੀ ਪੋਸਟ ਦਾ ਕੰਮ ਵੀ ਮਿਲ ਜਾਂਦਾ। ਮੰਨ ਲਓ ਹੋਲ ਟਾਈਮ ਪਾਰਟ ਟਾਈਮ ਉਹ ਗਵਰਨਮੈਂਟ ਪਲੀਡਰ ਹੈ ਜਾਂ ਕੋਈ ਵੀ ਕੰਪਨਸੇਟਰੀ ਅਲਾਊਂਸ ਤੋਂ ਉਹਦੀ ਪੇਮੈਂਟ ਹੋ ਰਹੀ ਹੈ, ਉੱਥੇ ਜਿਹੜਾ ਦੂਜਾ ਉਹਨੂੰ ਕੰਮ ਮਿਲਿਆ ਉਹਦੀ ਪੈਨਸ਼ਨ ਕੋਈ ਅਰਨ ਨਹੀਂ ਕਰੂਗਾ। ਬੇਸ਼ੱਕ ਉਹ ਪਹਿਲੀ ਪੋਸਟ ਦੀ ਜਿਹਦੇ ਉਹ ਜਿਹਨੂੰ ਹੋਲਡ ਕਰ ਰਿਹਾ ਉਹ ਬੇਸ਼ੱਕ ਉਹ ਪੈਨਸ਼ਨੇਬਲ ਹੋਵੇ, ਪਰ ਦੂਜੀ ਵੀ ਪੈਨਸ਼ਨੇਬਲ ਨਹੀਂ ਹੋਊਗੀ। ਹਾਂਜੀ। E. When a government employee serves under an agreement which contains no stipulation regarding pension, unless the competent authority specially authorize him to count such service toward pension. ਹਾਂਜੀ, ਹੁਣ ਅਸੀਂ ਇੱਕ ਪੁਆਇੰਟ ਕੰਟਰੈਕਟ ਵਾਲਾ ਕਾਹਦੇ ਪੜਿਆ ਸੀ? 1.3 ਚ ਕਿ 4 ਚ? ਹਾਂਜੀ,
ਐਗਰੀਮੈਂਟ ਵਾਲਾ ਕਾਹਦੇ ਚ ਪੜਿਆ ਸੀ ਆਪਾਂ? ਵੋਲਿਊਮ 1 ਪਾਰਟ 1 ਚ 1.3 ਆ ਜੀ। ਉਹਦੇ ਵਿੱਚ ਆਪਾਂ ਗੱਲ ਕੀਤੀ ਸੀ ਕਿ ਐਗਰੀਮੈਂਟ ਹੋਊਗਾ, ਸਪੈਸ਼ਲ ਪ੍ਰੋਵੀਜ਼ਨ ਬਣਾਈਆਂ ਜਾਣਗੀਆਂ ਕਿਸੇ ਗਵਰਨਮੈਂਟ EMPLOYE ਲਈ। ਤਾਂ ਉਹਦੇ ਵਿੱਚ ਇੱਕ ਗੱਲ ਹੋਰ ਕਹੀ ਸੀ ਪ੍ਰੋਵੀਜ਼ੋ 'ਚ ਕਿ ਜੇਕਰ ਕੋਈ ਸ਼ਰਤ ਉਹਦੇ 'ਚ ਨਹੀਂ ਲਿਖੀ ਹੋਈ ਤਾਂ CSR ਰੈਫਰ ਕਰੋ। CSR 'ਚ ਲਿਖਤਾ ਕਿ ਐਗਰੀਮੈਂਟ ਦੇ ਵਿੱਚ ਜੇ ਪੈਨਸ਼ਨ ਰਿਗਾਰਡਿੰਗ ਕੁਝ ਨਹੀਂ ਲਿਖਿਆ ਹੋਇਆ ਤਾਂ ਉਹਦਾ ਪੈਨਸ਼ਨ ਦਾ ਜਿਹੜਾ ਕਲੇਮ ਹੈ ਐਡਮਿਟ ਨਹੀਂ ਕੀਤਾ ਜਾਊਗਾ, ਪਰ ਕੰਪੀਟੈਂਟ ਅਥਾਰਟੀ ਜੇ ਸਪੈਸ਼ਲੀ ਅਥਰਾਈਜ਼ ਕਰਦੀ ਹੈ ਫਿਰ ਕਰਨਾ, ਬਾਈ ਡਿਫਾਲਟ ਨਹੀਂ ਹੋਊਗਾ। ਠੀਕ ਹੈ, ਹਾਂਜੀ ਅੱਗੇ ਦੇਖੋ 2.5 Misconduct, insolvency, or inefficiency. 2.5. No pension may be granted to a government employee dismissed or removed for misconduct, insolvency, or inefficiency, but to government employee so dismissed or removed, compassionate allowance may be granted when they are deserving of special consideration, provided that allowance granted to any government employee shall not exceed 2/3 of the pension which would have been admissible to him if he had retired on medical certificate. ਹਾਂਜੀ, ਸਰਕਾਰੀ ਕਰਮਚਾਰੀ ਸੀ, ਸਰਕਾਰੀ ਸੇਵਾ ਦੇ ਵਿੱਚ ਸੀ, ਉਹਨੂੰ ਡਿਸਮਿਸ ਕੀਤਾ ਗਿਆ ਜਾ ਰਿਹਾ ਜਾਂ ਰਿਮੂਵ ਕੀਤਾ ਜਾ ਰਿਹਾ ਹੈ, ਕਾਹਦੇ ਲਈ? ਮਿਸਕੰਡਕਟ ਲਈ ਜਾਂ ਇਨਸੋਲਵੈਂਸੀ ਲਈ ਜਾਂ ਇਨਐਫੀਸ਼ੀਐਂਸੀ ਲਈ। ਉਹਨੂੰ ਕਹਿੰਦੇ ਕੋਈ ਪੈਨਸ਼ਨ ਨਹੀਂ ਦਿੱਤੀ ਜਾਊਗੀ, ਕੋਈ ਪੈਨਸ਼ਨ ਨਹੀਂ ਦੇਣੀ ਹੈਗੀ, ਪਹਿਲੀ ਗੱਲ ਕਹਿਤੀ। ਕੁਐਸਚਨ ਆ ਜਾਂਦਾ ਹੈ ਕਿ ਗਵਰਨਮੈਂਟ EMPLOYE ਨੂੰ ਡਿਸਮਿਸ ਕਰਤਾ ਜਾਂ ਰਿਮੂਵ ਕਰਤਾ, ਕਈਆਂ ਦਾ ਕੁਐਸਚਨ ਤੁਹਾਡੇ ਗਰੁੱਪ 'ਚ ਵੀ ਪੁੱਛ ਰਹੇ ਸੀ ਕਿ ਡਿਸਮਿਸ ਕੀਤਾ ਜਾਂਦਾ ਹੈ ਜਾਂ ਪੈਨਸ਼ਨ ਮਿਲੂਗੀ ਕਿ ਨਹੀਂ, ਤਾਂ ਉਹਨੂੰ ਕੋਈ ਪੈਨਸ਼ਨ ਨਹੀਂ ਮਿਲੂਗੀ। ਪਰ ਐਸੇ ਡਿਸਮਿਸਡ ਕਰਮਚਾਰੀ ਨੂੰ ਜਾਂ ਰਿਮੂਵਡ ਕਰਮਚਾਰੀ ਨੂੰ ਇੱਕ ਕੰਪੈਸ਼ਨੇਟ ਅਲਾਊਂਸ ਨਾਮ ਦੀ ਚੀਜ਼ ਹੈ, ਇਹ ਮਿਲ ਸਕਦਾ। ਠੀਕ ਹੈ, ਤਰਸ ਦੇ ਆਧਾਰ ਤੇ ਭੱਤਾ ਦਿੱਤਾ ਜਾ ਸਕਦਾ ਹੈ, ਉਹ ਵੀ ਸਪੈਸ਼ਲ ਕੰਸੀਡਰੇਸ਼ਨ ਤੇ। ਕੀਵਰਡ ਇੱਥੇ ਸਪੈਸ਼ਲ ਕੰਸੀਡਰੇਸ਼ਨ। ਉਹਦੀ ਜਿਹੜੀ ਅਮਾਉਂਟ ਕਿੰਨੀ ਹੋਊਗੀ? ਜੇਕਰ ਕਰਮਚਾਰੀ ਮੈਡੀਕਲ ਸਰਟੀਫਿਕੇਟ ਤੇ ਰਿਟਾਇਰ ਹੁੰਦਾ, ਜਿਸ ਏਜ ਤੇ ਉਹ ਡਿਸਮਿਸ ਹੋਇਆ ਹੈ, ਠੀਕ ਹੈ, ਜਿੰਨੀ ਕੁਆਲੀਫਾਈਂਗ ਸਰਵਿਸ ਤੋਂ ਬਾਅਦ ਡਿਸਮਿਸ ਹੋਇਆ ਹੈ ਜਾਂ ਜਿਸ ਏਜ ਤੇ ਡਿਸਮਿਸ ਹੋਇਆ ਹੈ, ਉੱਥੇ ਜੇਕਰ ਉਹ ਮੈਡੀਕਲ ਸਰਟੀਫਿਕੇਟ ਤੇ ਰਿਟਾਇਰ ਹੁੰਦਾ, ਜਿੰਨੀ ਪੈਨਸ਼ਨ ਮਿਲਣ ਯੋਗ ਹੁੰਦੀ, ਉਦੋਂ 2/3 ਤੋਂ ਵੱਧ ਤੁਸੀਂ ਕੰਪੈਸ਼ਨ ਅਲਾਊਂਸ ਨਹੀਂ ਲਾਉਣਾ ਹੈਗਾ। ਹਾਂਜੀ, ਨੋਟ 1। This rule vests government with an absolute discretion to grant or not to grant any compassionate allowance, the only restriction being that if granted, it shall not exceed the maximum of 2/3 of pension that would be admissible to the officer concerned on retirement on medical certificate. ਹਾਂਜੀ, It is ਹੁਣ ਪਹਿਲੀ ਗੱਲ ਕੀਤੀ ਇਹ ਕਿ ਸਰਕਾਰ ਕੋਲੇ ਹੱਕ ਰਾਖਵੇਂ ਐਬਸੋਲਿਊਟ ਡਿਸਕ੍ਰੈਸ਼ਨ ਹੈ, ਬਾਉਂਡ ਨਹੀਂ ਹੈਗੀ, ਓਬਲੀਗੇਟਰੀ ਨਹੀਂ ਹੈਗਾ, ਇਹ ਐਬਸੋਲਿਊਟ ਡਿਸਕ੍ਰੈਸ਼ਨ ਹੈ। ਕੰਪੈਸ਼ਨ ਅਲਾਊਂਸ ਦੇ ਵੀ ਸਕਦੀ ਹੈ, ਇਨਕਾਰ ਵੀ ਕਰ ਸਕਦੀ ਹੈ। ਹਾਂਜੀ, ਨੈਕਸਟ ਜੀ। It is practically impossible, in view of the wide variation that naturally exists in the circumstances attending each case, to lay down categorically precise principles that can uniformly be applied to individual cases. Each case has, therefore, to be considered on its merits, and a conclusion has to be reached on the question whether there were any such extenuating features in the case as would make the punishment awarded, though it may have been necessary in the interest of government, unduly hard on the individual. ਹਾਂਜੀ, In ਹੁਣ ਕੀ ਕਹਿੰਦੇ ਇਹ? ਹੁਣ ਅਸੀਂ ਗੱਲ ਕੀਤੀ ਹੈ ਸਪੈਸ਼ਲ ਕੰਸੀਡਰੇਸ਼ਨ ਦੀ,
ਇਹ ਕਹਿੰਦੇ ਵੀ ਸਾਡੇ ਵਾਸਤੇ ਤਾਂ ਪ੍ਰੈਕਟੀਕਲੀ ਇੰਪੋਸੀਬਲ ਹੈ ਵੀ ਅਸੀਂ ਇਹੋ ਜਿਹੇ ਕੋਈ ਸਿਧਾਂਤ ਪ੍ਰਿੰਸੀਪਲ ਗਾਈਡੈਂਸ ਨਹੀਂ ਬਣਾ ਸਕਦੇ ਜਿਹਦੇ ਬੇਸਿਸ ਤੇ ਤੁਸੀਂ ਇਹ ਸਿਲੈਕਟ ਕਰ ਲਓ ਵੀ ਇਹ ਕੇਸ ਦੇ ਵਿੱਚ ਤੁਸੀਂ ਦੇਣੀ ਹੈ ਕੰਪੈਸ਼ਨੇਟ ਅਲਾਉਂਸ ਦੇਣਾ ਇਹ ਇਸ ਕੇਸ 'ਚ ਨਹੀਂ ਦੇਣਾ ਹੈਗਾ ਬਈ ਐ ਕੋਈ ਪ੍ਰਿੰਸੀਪਲਸ ਨਹੀਂ ਬਣਾਏ ਜਾ ਸਕਦੇ ਲੇ ਡਾਊਨ ਨਹੀਂ ਕੀਤੇ ਜਾ ਸਕਦੇ ਵੇਰੀਏਸ਼ਨਸ ਕਾਫੀ ਹੋ ਸਕਦੀਆਂ ਲੱਖਾਂ ਹੀ ਕੇਸ ਹੋ ਸਕਦੇ ਅਲੱਗ-ਅਲੱਗ ਨੇਚਰ ਦੇ ਹੁਣ ਸਭ ਦੇ ਹਾਲਾਤ ਅੱਡ-ਅੱਡ ਹੈ ਸੇਮ ਨਹੀਂ ਹੋ ਸਕਦੇ ਉੱਥੇ ਕਹਿੰਦੇ ਕੀ ਕਰਨਾ ਹੈ ਹਰ ਕੇਸ ਨੂੰ ਵਿਚਾਰ ਕਰਨਾ ਉਹਦਾ ਮੈਰਿਟਸ ਤੇ ਦੇਖਣਾ ਕਿ ਇਹਦੇ ਵਿੱਚ ਕੋਈ ਇਹੋ ਜਿਹੇ ਤੱਥ ਸਾਹਮਣੇ ਆਉਂਦੇ ਆ ਜਾਂ ਵਿਸ਼ੇਸ਼ਤਾਵਾਂ ਕੁਝ ਇਸ ਕੇਸ ਦੀਆਂ ਸਾਹਮਣੇ ਆਉਂਦੀਆਂ ਜਿਹਦੇ ਨਾਲ ਤੁਹਾਨੂੰ ਲੱਗਦਾ ਹੈ ਕਿ ਇਹੋ ਜਿਹੇ ਹਾਲਾਤ ਪੈਦਾ ਹੋ ਗਏ ਆ ਕਿ ਜਿਹੜੀ ਪਨਿਸ਼ਮੈਂਟ ਅਸੀਂ ਦਿੱਤੀ ਹੈ ਡਿਸਮਿਸਲ ਵਾਲੀ ਜਾਂ ਰਿਮੂਵਲ ਵਾਲੀ ਉਹ ਬਹੁਤ ਹਾਰਡ ਜਾਊਗੀ ਆਲਦੋ ਸਾਨੂੰ ਦੇਣੀ ਪੈਣੀ ਸੀ ਰੂਲਾਂ 'ਚ ਲਿਖਿਆ ਹੈ ਸਰਕਾਰ ਦੇ ਹਿੱਤ ਵਿੱਚ ਪਨਿਸ਼ਮੈਂਟ ਦੇਣੀ ਪੈਣੀ ਸੀ ਪਰ ਦੇਖਣਾ ਹੈ ਕਿ ਅਨਡਿਊਲੀ ਹਾਰਡਸ਼ਿਪ ਨਾ ਕ੍ਰੀਏਟ ਕਰੇ ਇੰਡੀਵਿਜੂਅਲ ਨੂੰ ਜਦੋਂ ਅਸੀਂ ਸਪੈਸ਼ਲ ਕੰਸੀਡਰੇਸ਼ਨ ਦੀ ਗੱਲ ਕਰ ਰਹੇ ਹਾਂ ਇੱਥੇ ਕੇਸ ਟੂ ਕੇਸ ਹਾਂਜੀ ਅੱਗੇ ਜੀ In considering this question, it has been the practice to take into account not only the actual misconduct or course of misconduct which occasion the dismissal or removal of the officer, but also the kind of service he has rendered. Where the course of misconduct carries with it the legitimate inference that the officer's service has been dishonest, there can seldom be any good case for a compassionate allowance. Poverty is not an essential condition precedent to the grant of compassionate allowance, but special regard is also occasionally paid to the fact that the officer has a wife and children dependent upon him. Though this factor by itself is not, except perhaps in the most exceptional circumstances, sufficient for the grant of compassionate allowance. ਹੁਣ ਦੇਖੋ ਉੱਤੇ ਐਬਸੋਲਿਊਟ ਡਿਸਕ੍ਰੈਸ਼ਨ ਦੀ ਗੱਲ ਕੀਤੀ ਸੀ ਉਹ ਡਿਸਕ੍ਰੈਸ਼ਨ ਸਿਰਫ ਯੈਸ ਔਰ ਨੋ ਵਾਸਤੇ ਹੈ ਯੈਸ ਔਰ ਨੋ ਵਾਸਤੇ ਦੇਣੀ ਹੈ ਜਾਂ ਨਹੀਂ ਦੇਣੀ ਮੈਰਿਟਸ ਹੈ ਉਹਦੇ ਵਾਸਤੇ ਕੋਈ ਡਿਸਕਸ਼ਨ ਨਹੀਂ ਉਹ ਦੇਖਣਾ ਕੇਸ ਟੂ ਕੇਸ ਵੈਰੀ ਕਰਨੇ ਕਹਿੰਦੇ ਜਦੋਂ ਤੁਸੀਂ ਕੇਸ ਦੇ ਫੀਚਰਸ ਦੇਖਣ ਲੱਗੇ ਹੋ ਤਾਂ ਜਿਹੜਾ ਮਿਸਕੰਡਕਟ ਹੋਇਆ ਹੈ ਜਿਸ ਕਾਰਨ ਉਹਨੂੰ ਡਿਸਮਿਸ ਕੀਤਾ ਗਿਆ ਹੈ ਉਹ ਵੀ ਦੇਖਣਾ ਹੈ ਕੋਰਸ ਆਫ ਮਿਸਕੰਡਕਟ ਬਈ ਉਹਨੇ ਮਿਸਕੰਡਕਟ ਕਿਉਂ ਕੀਤਾ ਜਾਂ ਕੀ ਉਹਦਾ ਕੋਰਸ ਰਿਹਾ ਕੀ ਉਹਨੇ ਕੀਤਾ ਕੀ ਉਹਦੀ ਸਾਰੀ ਸਰਵਿਸ ਇਹੋ ਜਿਹੀ ਗਈ ਹੈ ਡਿਸਓਨੈਸਟ ਜਿਹੜੀ ਸਰਵਿਸ ਹੈ ਸਾਰੀ ਸਰਵਿਸ ਡਿਸਓਨੈਸਟ ਰਹੀ ਹੈ ਬਈ ਜੇ ਐਂ ਹੈਗਾ ਫਿਰ ਤਾਂ ਉਹਨੂੰ ਕੁਝ ਨਹੀਂ ਤੁਸੀਂ ਕੰਪੈਸ਼ਨੇਟ ਅਲਾਉਂਸ ਨਹੀਂ ਦੇਣਾ ਹੈਗਾ ਦੋ ਤਿੰਨ ਸਿਚੁਏਸ਼ਨ ਇਹਨਾਂ ਨੇ ਕਲੀਅਰ ਕਰਤੇ ਇੱਕ ਤਾਂ ਜਿੱਥੇ ਡਿਸਓਨੈਸਟ ਹੈ ਕਰਮਚਾਰੀ ਪੂਰੀ ਸਰਵਿਸ ਉਹਦੀ ਡਿਸਓਨੈਸਟੀ ਦੀ ਰਹੀ ਹੈ ਉਹਨੂੰ ਕੰਪੈਸ਼ਨੇਟ ਅਲਾਉਂਸ ਨਹੀਂ ਦੇਣਾ ਦੂਜੀ ਗੱਲ ਗਰੀਬੀ ਪਾਵਰਟੀ ਇਹ ਅਸੈਂਸ਼ੀਅਲ ਕੰਡੀਸ਼ਨ ਨਹੀਂ ਹੈਗੀ ਬਈ ਇਹ ਨਹੀਂ ਹੈਗਾ ਵੀ ਜੇ ਗਰੀਬ ਹੈ ਕੋਈ ਤੇ ਉਹਨੂੰ ਕੰਪੈਸ਼ਨੇਟ ਅਲਾਉਂਸ ਲਾ ਦੋਗੇ ਡਿਸਮਿਸ ਕਰਕੇ ਐਂ ਤਾਂ ਕੋਈ ਪੈਸੇ ਦੇ ਕੇ ਡਿਸਮਿਸ ਹੋ ਜਾਇਆ ਕਰੇ ਵੀ ਚਲੋ 2/3 ਤਾਂ ਸਾਡੇ ਕੋਲ ਆਊਗਾ ਨਾਲ ਕੰਮ ਤੋਰ ਲਾਂਗੇ ਕੋਈ ਗਰੀਬੀ ਨਹੀਂ ਹਾਂ ਇਹ ਜ਼ਰੂਰ ਹੈ ਵੀ ਜਦੋਂ ਤੁਸੀਂ ਡਿਸਮਿਸ ਕਰਤਾ ਉਹਦੀ ਸਰਵਿਸ ਨੂੰ ਵਿਚਾਰਦੇ ਹੋਏ ਕਰੈਕਟਰ ਆਫ ਸਰਵਿਸ ਨੂੰ ਵਿਚਾਰਦੇ ਹੋਏ ਉਹਦੇ ਵਾਈਫ ਤੇ ਉਹਦੇ ਚਿਲਡਰਨ ਜਿਹੜੇ ਉਹਦੇ ਤੇ ਡਿਪੈਂਡੈਂਟ ਜੇਕਰ ਡਿਪੈਂਡੈਂਟ ਹੈਗੇ ਆ ਉਹਨਾਂ ਦਾ ਵਿਚਾਰ ਕਰਦੇ ਹੋਏ ਹੋਰ ਹਾਲਾਤ ਦੇਖਦੇ ਹੋਏ ਤੁਸੀਂ ਐਕਸੈਪਸ਼ਨਲ ਸਰਕਮਸਟੈਂਸਸ ਦੇ ਵਿੱਚ ਉਹਨੂੰ ਕੰਪੈਸ਼ਨੇਟ ਅਲਾਉਂਸ ਇਸੇ ਆਧਾਰ ਤੇ ਲਾ ਸਕਦੇ ਹੋ ਹਾਂਜੀ ਨੋਟ 2 The report of AG is required in all cases of grant of compassionate allowance. ਹਾਂਜੀ ਕਹਿੰਦੇ ਏਜੀ ਤੋਂ ਰਿਪੋਰਟ ਚਾਹੀਦੀ ਤੁਹਾਨੂੰ ਕੰਪੈਸ਼ਨੇਟ ਅਲਾਉਂਸ ਲਾਉਣ ਵਾਸਤੇ ਨੋਟ 3 No government employee, even if belonging to a class entitled to commute ordinary pension, is entitled to commute a compassionate allowance. A commutation to such an allowance may be sanctioned by a competent authority
only on proof that the proceeds of the commutation will be invested for the permanent benefit of commuter's family. ਹਾਂਜੀ, ਇਹ ਵੀ ਇੰਪੋਰਟੈਂਟ ਹੈ। ਕੁਐਸਚਨ ਆਇਆ ਹੋਇਆ ਪਹਿਲਾਂ, ਇਹ ਪ੍ਰੀਵੀਅਸ ਈਅਰ ਕੁਐਸਚਨ। ਕੋਈ ਗਵਰਨਮੈਂਟ EMPLOYE ਆਰਡੀਨਰੀ ਪੈਨਸ਼ਨ ਲਈ ਹੋ ਐਂਟਾਈਟਲਮੈਂਟ ਉਹਦੀ ਬਣਦੀ ਸੀ, ਉਹਨੂੰ ਡਿਸਮਿਸ ਕਰਤਾ, ਉਹਨੂੰ ਕੰਪੈਸ਼ਨੇਟ ਅਲਾਊਂਸ ਦੇਤਾ। ਬੇਸ਼ੱਕ ਉਹਦੀ ਆਰਡੀਨਰੀ ਪੈਨਸ਼ਨ ਨੂੰ ਜਿਹੜੀ ਕਮਿਊਟ ਕਰਨ ਦੀ ਐਂਟਾਈਟਲਮੈਂਟ ਬੇਸ਼ੱਕ ਬਣਦੀ ਹੋਵੇ ਜੇਕਰ ਜਾਂਦਾ ਉਹ, ਪਰ ਕੰਪੈਸ਼ਨੇਟ ਅਲਾਊਂਸ ਉਹਨੂੰ ਕਮਿਊਟ ਨਹੀਂ ਕਰਨਾ ਹੈਗਾ। ਜੇ ਕਮਿਊਟ ਕਰਾਉਣਾ ਹੈ, ਐਸਾ ਕੰਪੈਸ਼ਨੇਟ ਅਲਾਊਂਸ ਕਮਿਊਟ ਜੇ ਕਰਾਉਣਾ ਹੈ, ਉਹ ਕੰਪੀਟੈਂਟ ਅਥਾਰਟੀ ਉਦੋਂ ਹੀ ਕਮਿਊਟ ਕਰ ਸਕਦੀ ਹੈ ਜੇਕਰ ਕੋਈ ਉਹ ਐਜਾ ਪ੍ਰੂਫ ਲਿਆ ਕੇ ਦੇਵੇ ਕਿ ਜਿਹੜਾ ਕੰਪਿਊਟੇਸ਼ਨ ਦਾ ਪੈਸਾ ਆਊਗਾ ਉਹ ਆਪਦੀ ਫੈਮਿਲੀ ਦੇ ਪਰਮਾਨੈਂਟ ਬੈਨੀਫਿਟ ਲਈ ਇਨਵੈਸਟ ਕਰੂਗਾ। ਜੇ ਕੋਈ ਇਹੋ ਜਿਹਾ ਪ੍ਰੂਫ ਲਿਆ ਕੇ ਦਿੰਦਾ ਫਿਰ ਤੁਸੀਂ ਕਮਿਊਟ ਵੀ ਕਰ ਸਕਦੇ ਹੋ। ਕਮਿਊਟ ਕੀ ਚੀਜ਼ ਹੁੰਦੀ ਹੈ ਜੀ? ਆਪਾਂ ਕਮਿਊਟੇਸ਼ਨ ਕਾਫੀ ਵਾਰ ਪੜ੍ਹ ਲਿਆ। ਕਮਿਊਟ ਕੀ ਚੀਜ਼ ਹੁੰਦੀ ਹੈ? ਕਮਿਊਟੇਸ਼ਨ ਕੀ ਹੁੰਦਾ ਹੈ? ਮੰਨ ਲਓ ਤੁਹਾਨੂੰ 100 ਰੁਪਇਆ ਪੈਨਸ਼ਨ ਮਿਲਣੀ ਹੈ ਨਾ, 100 ਰੁਪਇਆ ਤੁਹਾਨੂੰ ਪੈਨਸ਼ਨ ਮਿਲਣੀ ਹੈ ਮਹੀਨੇ ਦੀ। ਤੁਸੀਂ ਕਿਹਾ ਕਿ ਮੈਂ 30% ਹੈ ਜਿਹੜਾ ਕਮਿਊਟ ਕਰਾਉਣਾ ਚਾਹੁੰਦਾ, ਤਾਂ ਉਹਦੇ ਮੁਤਾਬਕ ਤੁਹਾਨੂੰ ਹੁਣ 70 ਰੁਪਏ ਪੈਨਸ਼ਨ ਮਿਲੂਗੀ। ਬਾਕੀ ਜਿਹੜੇ 30 ਰੁਪਏ ਹੋਣਗੇ ਸਾਲ ਦੇ ਹਿਸਾਬ ਨਾਲ ਇੱਕ ਫੈਕਟਰ ਤੁਹਾਨੂੰ ਮਲਟੀਪਲਾਈ ਕਰਨਾ ਪਊਗਾ, ਉਹਦੀ ਜਿਹੜੀ ਰਕਮ ਆਊਗੀ ਉਹ ਤੁਹਾਨੂੰ ਐਡਵਾਂਸ ਮਿਲ ਜੂਗੀ। ਠੀਕ ਹੈ, ਵੀ ਸਰਕਾਰ ਨੇ ਕੀ ਕੀਤਾ, ਤੁਹਾਡੇ 30 ਰੁਪਏ ਕੱਟ ਲਏ 15 ਸਾਲਾਂ ਵਾਸਤੇ, ਤੇ ਉਹ 30 ਰੁਪਏ ਕੱਟਣ ਦੇ ਬਦਲੇ ਤੁਹਾਨੂੰ ਇੱਕ ਅਮਾਊਂਟ ਦੇ ਦੂਗੀ। ਉਹ ਅਮਾਊਂਟ ਕੈਲਕੂਲੇਟ ਕਿਵੇਂ ਕਰਨੀ ਹੈ ਆਪਾਂ ਚੈਪਟਰ 11 ਚ ਦੇਖਾਂਗੇ। ਹਾਲ ਦੀ ਘੜੀ ਕੰਪੀਟੀਸ਼ਨ ਸਮਝੋ ਕੀ ਚੀਜ਼ ਹੈ। ਕੰਪੀਟੀਸ਼ਨ ਕੀ ਹੈ? ਤੁਹਾਨੂੰ ਤੁਹਾਡੀ ਪੈਨਸ਼ਨ ਦਾ ਕੁਝ ਹਿੱਸਾ ਕੱਟ ਕੇ, ਮਤਲਬ 15 ਸਾਲਾਂ ਵਾਸਤੇ ਬੰਦ ਕਰਕੇ, ਉਹਦੇ ਵੰਡੇ ਤੁਹਾਨੂੰ ਇੱਕ ਐਡਵਾਂਸ ਦੇ ਦਿੰਦੀ ਹੈ। ਐਡਵਾਂਸ ਮਤਲਬ ਤੁਹਾਨੂੰ ਅਮਾਊਂਟ ਦੇ ਦਿੰਦੀ ਹੈ ਇਕੱਠੀ। ਮੰਨ ਲਓ 5 ਲੱਖ ਰੁਪਇਆ ਦੇਤਾ ਤੁਹਾਨੂੰ, ਠੀਕ ਹੈ, ਵੀ 5 ਲੱਖ ਰੁਪਇਆ ਹੁਣ ਲੈ ਲਓ, ਤੇ 30 ਤੁਹਾਡਾ 15 ਸਾਲ ਹੈ, ਤੁਹਾਡੀ ਪੈਨਸ਼ਨ ਹੈ ਜਿਹੜੀ ਅਸੀਂ ਬੰਦ ਰੱਖਾਂਗੇ ਕੁਛ ਹਿੱਸਾ, ਜਿੰਨਾ ਤੁਸੀਂ ਕਿਹਾ ਹੋਊਗਾ ਐਪਲੀਕੇਸ਼ਨ 'ਚ, 20%, 25%, 30%, 40%, ਜਿੰਨਾ ਵੀ ਹੈ, ਉਹ ਹੁੰਦੀ ਕੰਪੀਟੀਸ਼ਨ। ਠੀਕ ਹੈ, ਡਿਟੇਲ 'ਚ ਆਪਾਂ ਫਿਰ ਕਰਦੇ ਹਾਂ, ਇੱਕ ਵਾਰ ਆਈਡੀਆ ਹੋਵੇ। ਤਾਂ ਕਹਿੰਦੇ ਕੰਪੈਸ਼ਨੇਟ ਅਲਾਊਂਸ ਜਿਹੜਾ ਕਮਿਊਟ ਕਰਨਾ ਹੈ ਉਹ ਉਦੋਂ ਹੀ ਕਰਨਾ ਹੈ ਵੀ ਜੇਕਰ ਗਵਰਨਮੈਂਟ EMPLOYE ਜਿਹਨੂੰ ਡਿਸਮਿਸ ਕੀਤਾ ਗਿਆ ਕੰਪੈਸ਼ਨੇਟ ਅਲਾਊਂਸ ਲਾਉਣ ਲੱਗੇ ਹੋ, ਜੇਕਰ ਉਹ ਕੋਈ ਇਹੋ ਜਿਹਾ ਪ੍ਰੂਫ ਲਿਆ ਕੇ ਦੇ ਦੇ ਕਿ ਜਿਹੜਾ ਕੰਪਿਊਟੇਸ਼ਨ ਦਾ ਪੈਸਾ ਆਊਗਾ ਉਹ ਉਹਦੀ ਫੈਮਿਲੀ ਦੇ ਪਰਮਾਨੈਂਟ ਬੈਨੀਫਿਟ ਲਈ ਯੂਜ਼ ਕਰੂਗਾ, ਉਸੇ ਆਧਾਰ ਤੇ ਕੰਪੀਟੈਂਟ ਅਥਾਰਟੀ ਜਿਹੜੀ ਉਹ ਉਹਦਾ ਕੰਪੈਸ਼ਨੇਟ ਅਲਾਊਂਸ ਆ ਉਹ ਕਮਿਊਟ ਕਰ ਸਕਦੀ ਹੈ। ਹਾਂਜੀ, note 4. In cases where it is proposed to grant to a government employee dismissed or removed from service a compassionate allowance, the sanctioning authority should not condone deficiencies in service for the purpose of determining the amount of pension that would have been admissible to him if he had retired on medical certificate, on the basis of which the compassionate allowance is calculated. ਹਾਂਜੀ, ਹੁਣ ਜਦੋਂ ਅਸੀਂ ਕੋਈ ਮੈਡੀਕਲ ਆਧਾਰ ਤੇ ਰਿਟਾਇਰ ਹੁੰਦਾ ਹੈ, ਉਹਦੀ ਕੋਈ ਪੈਨਸ਼ਨ ਕੈਲਕੂਲੇਟ ਕਰਦੇ ਹੁੰਦੇ ਆ, ਉਸ ਵਾਸਤੇ ਅਸੀਂ ਜੇਕਰ ਸਰਵਿਸ ਦੇ ਵਿੱਚ ਕੋਈ ਡੈਫੀਸ਼ੀਐਂਸੀ ਹੈਗੀ ਆ ਉਹਨੂੰ ਕੰਡੋਨ ਕਰਦੇ ਹੁੰਦੇ ਆ। ਇਹ ਕੀ ਹੁੰਦੀ ਹੈ ਡਿਊ ਕੋਰਸ 'ਚ ਪਤਾ ਚੱਲੂਗਾ, ਅਗਲੇ ਚੈਪਟਰਾਂ 'ਚ ਆਊਗਾ। ਇਹ ਡੈਫੀਸ਼ੀਐਂਸੀ ਜਿਹੜੀ ਸਰਵਿਸ 'ਚ ਹੁੰਦੀ ਆ ਉਹਨੂੰ ਕੰਡੋਨ ਕਰਦੇ ਹੁੰਦੇ ਆ। ਕੰਡੋਨ ਕਰਕੇ ਫਿਰ ਅਸੀਂ ਅਮਾਊਂਟ ਆਫ ਪੈਨਸ਼ਨ ਡਿਟਰਮਿਨ ਕਰਦੇ ਹੁੰਦੇ ਆ ਸਰਵਿਸ ਦੇ ਆਧਾਰ ਤੇ। ਠੀਕ ਹੈ, ਤਾਂ ਕਹਿੰਦੇ ਜਦੋਂ ਹੁਣ ਕੰਪੈਸ਼ਨੇਟ ਅਲਾਊਂਸ ਦੇਣਾ ਹੈ ਤਾਂ ਕਿੰਨੀ ਅਮਾਊਂਟ ਦੇਣੀ? ਆਪਾਂ ਦੇਖਿਆ ਸੀ ਕਿ ਮੈਡੀਕਲ ਸਰਟੀਫਿਕੇਟ ਤੇ ਜੇ ਰਿਟਾਇਰ ਹੁੰਦਾ ਤਾਂ ਜਿੰਨੀ ਅਮਾਊਂਟ ਬਣਦੀ ਹੋਊ ਉਹਦੇ 2/3 ਤੋਂ ਵੱਧ ਨਹੀਂ ਦੇਣਾ। ਹੁਣ ਅਸੀਂ ਉਹਦੇ ਵਾਸਤੇ ਤਾਂ ਕੰਡੋਨ ਕਰਦੇ ਹਾਂ ਸਰਵਿਸ। ਕੰਪੈਸ਼ਨੇਟ ਅਲਾਊਂਸ ਜਦੋਂ ਦੇਣਾ ਹੈ ਉਦੋਂ ਅਸੀਂ ਮੈਡੀਕਲ ਸਰਟੀਫਿਕੇਟ ਦੀ ਪੈਨਸ਼ਨ ਦਾ ਕੈਲਕੂਲੇਸ਼ਨ ਕਰਾਂਗੇ। ਉੱਥੇ ਕਹਿੰਦੇ ਤੁਸੀਂ ਸਰਵਿਸ ਕੰਡੋਨ ਨਹੀਂ ਕਰਨੀ ਹੈਗੀ।
ਡੈਫੀਸ਼ੀਐਂਸੀ ਹੈ ਜੇ ਕੋਈ, ਉਹ ਕੰਡੋਨ ਨਹੀਂ ਕਰਨੀ ਹੈਗੀ। ਠੀਕ ਹੈ ਜੀ। ਕੰਡੋਨ ਦਾ ਤਾਂ ਤੁਹਾਨੂੰ ਪਤਾ ਹੈ, ਕੰਡੋਨ ਕੀ ਚੀਜ਼ ਹੁੰਦੀ ਹੈ। ਆਪਾਂ ਵੋਲਿਊਮ 1 ਪਾਰਟ 1 ਚ ਗੱਲ ਕਰਕੇ ਆਏ ਆ। ਆਹ ਪੀਰੀਅਡ ਹੈ, ਮੰਨ ਲਓ ਆਹ T1 ਪੀਰੀਅਡ ਹੈ, ਠੀਕ ਹੈ। ਉਹ ਤੋਂ ਬਾਅਦ ਆਹ ਪੀਰੀਅਡ ਸ਼ੁਰੂ ਹੋ ਗਿਆ T2। ਆ ਵਿੱਚ ਵਿੱਥ ਪੈ ਗਈ ਕਿਸੇ ਕਾਰਨ ਸਰਵਿਸ 'ਚ। ਹੁਣ ਜੇ ਸਰਵਿਸ 'ਚ ਵਿੱਥ ਪੈ ਜਾਂਦੀ ਹੈ ਤਾਂ ਕੀ ਹੁੰਦਾ, ਇੱਥੋਂ ਸਰਵਿਸ ਦੁਬਾਰਾ ਸਟਾਰਟ ਹੋ ਗਈ, ਰੀਸਟਾਰਟ ਹੋ ਗਈ, ਆ ਪਿਛਲੀ ਸਰਵਿਸ ਜ਼ੀਰੋ ਹੋ ਜਾਂਦੀ ਹੈ, ਫੋਰਫਿਟ ਹੋ ਜਾਂਦੀ ਹੈ। ਠੀਕ ਹੈ, ਇਹਦੇ ਵਿੱਚ ਵੀ ਕਰਾਂਗੇ ਹੁਣ ਅੱਗੇ। ਉਹ ਤੋਂ ਬਚਣ ਲਈ ਕੀ ਹੁੰਦਾ, ਆਹ ਪੀਰੀਅਡ ਜਿਹੜਾ ਕੰਡੋਨ ਹੋ ਜਾਂਦਾ ਹੈ। ਕੰਡੋਨ ਦਾ ਮਤਲਬ ਮਾਫ ਹੋ ਜਾਂਦਾ ਹੈ। ਇਹ ਪੀਰੀਅਡ ਤੋਂ ਬਾਅਦ ਆਹ ਪੀਰੀਅਡ ਸਟਾਰਟ ਹੁੰਦਾ। ਸਪੋਜ਼ ਕਰੋ ਇਹ 30 ਜੂਨ ਤੱਕ ਆਹ ਪੀਰੀਅਡ ਹੈ, ਉਹ ਤੋਂ ਬਾਅਦ 15/9 ਤੋਂ ਆਹ ਪੀਰੀਅਡ ਹੈ। ਠੀਕ ਹੈ, ਤਾਂ ਜੇ ਰੂਲਾਂ ਮੁਤਾਬਕ ਚੱਲੀਏ ਤਾਂ 15/9 ਤੋਂ ਤੁਹਾਡਾ ਡੇ 1 ਦੁਬਾਰੇ ਸਟਾਰਟ ਹੋ ਗਿਆ, ਪੁਰਾਣੀ ਸਰਵਿਸ ਉੱਡ ਗਈ। ਪਰ ਜੇ ਆਹ ਪੀਰੀਅਡ ਹੈ ਵਿਚਲਾ 1 ਜੁਲਾਈ ਤੋਂ ਲੈ ਕੇ 14 ਸਤੰਬਰ ਤੱਕ ਦਾ ਕੰਡੋਨ ਹੋ ਜੇ, ਫਿਰ ਤੁਹਾਡਾ 30 ਜੂਨ ਤੋਂ ਬਾਅਦ ਜਿਹੜੀ ਸਰਵਿਸ ਚੱਲੂਗੀ ਉਹ 15/9 ਤੋਂ ਚੱਲੂਗੀ। ਕੰਡੋਨ ਮਤਲਬ ਪੀਰੀਅਡ ਜੁੜ ਜੂਗਾ, ਆ ਜਿਹੜੀ ਐਬਸੈਂਸ ਹੈ ਮਾਫ ਹੋ ਜੂਗੀ। ਇਹਨੂੰ ਕਹਿੰਦੇ ਕੰਡੋਨ। ਠੀਕ ਹੈ, ਆਪਾਂ ਕਰਕੇ ਆਏ ਪਹਿਲਾਂ 7ਵੇਂ ਚੈਪਟਰ 'ਚ ਕੀਤਾ ਸੀ। ਚਲੋ ਬਾਕੀ ਫਿਰ ਆਪਾਂ ਜਿਹੜਾ ਹੈਗਾ ਫੇਰ ਕਰਾਂਗੇ, ਕੱਲ ਕਰਾਂਗੇ। ਠੀਕ ਹੈ, ਤੇ